पंजाब की खूबसूरती की है, पंजाब बागियां का साथ दिंदा है। कल तक मान साहब दियां गर्म कुल्फियां ते कौड़ियां मिठियां मिर्चां इस करके विकदियां रहियां क्योंकि वो बागी सी। हुण वो राजा ने ते पंजाब राजिਆਂ ਦੇ हमेशा खिलाफ रहा। पंजाब की ताकत ही यही है कि इन्हें जो भी हथ पाया राजिਆਂ ਦੇ ਜੂੰਡਿਆਂ ਨੂੰ पाया, आम बंदे ਨੂੰ पंजाब कुछ नहीं कहता। तो वो समझ लैन कि वो इस वेले जो कुछ कर रहे हैं ना, वो एक तरीके नाल पंजाब के सेंटीमेंट्स नाल पंगा लै रहे हैं। तो इस वेले वो जो कुछ कर रहे हैं वो सारा रिकॉर्ड हो रहा। एक एक चीज़ जिहड़ी हैगी वो संभाली जा रही है। जिवें ही 24 ਦੇ ਵਿੱਚ बिगल ਵੱਜੂਗਾ ਉਹਨਾਂ ਨੂੰ ਪਤਾ ਲੱਗ ਜੂ। ਜਾਂ ਤਾਂ ਇਹ ਹੋ ਸਕਦਾ ਕਿ ਭਗਵੰਤ ਮਾਨ ਨੂੰ ਹੀ ਠੋਕੇ ਜਾਣ ਦੀ ਪੂਰੀ ਪਲੈਨਿੰਗ ਚੱਲ ਰਹੀ ਹੋਵੇ। ਵੀ ਮੈਨੂੰ ਸਭ ਤੋਂ ਵੱਡੀ ਘਬਰਾਹਟ ਇਸ ਗੱਲ ਦੀ ਹੁੰਦੀ ਹੈ ਕਿ ਜੇ ਸਾਰਾ ਕੁਝ ਪਲਾਨਡ ਨਾ ਹੋਵੇ, ਭਗਵੰਤ ਮਾਨ ਜੋ ਕਰ ਰਿਹਾ ਉਸ ਨੂੰ ਪਤਾ ਹੀ ਨਾ ਹੋਵੇ ਕਿ ਮੈਂ ਕੀ ਕਰ ਰਿਹਾ, ਉਸ ਨੂੰ ਮਤਲਬ ਕਿ ਇਦਾਂ ਹੀ ਕਰਾਇਆ ਜਾ ਰਿਹਾ ਹੋਵੇ। 5-7 ਦਿਨ ਬਾਅਦ ਇੱਕ ਦਿਨ ਬਹੁਤ ਗਰਮੀ ਦੇ ਵਿੱਚ ਫੇਸਬੁੱਕ ਤੇ ਲਿਖ ਵੀ ਦਿੱਤਾ ਸੀ ਵੀ ਕੀ ਇਹ ਮੁੱਖ ਮੰਤਰੀ ਫੇਸਬੁੱਕ ਤੋਂ ਮਤਲਬ ਕਿ ਪੰਜਾਬ ਚਲਾਊਗਾ। ਅਨਫੋਰਚੂਨੇਟ ਹੈ ਕਿ ਆਏ ਦਿਨ ਮਤਲਬ ਕਿ ਫੇਸਬੁੱਕ ਤੋਂ ਮੁੱਖ ਮੰਤਰੀ ਦੀ, ਮਾਨ ਸਾਹਿਬ ਦੀ ਫੇਸਬੁੱਕ ਤੋਂ ਇਹੋ ਜਿਹੀਆਂ ਹਲਕੀਆਂ ਪੋਸਟਾਂ ਪੈਂਦੀਆਂ ਨੇ ਜਿਹੜੀਆਂ ਕਿਸੇ ਵੀ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਪੱਧਰ ਦੀਆਂ ਨਹੀਂ ਹੈ। ਤਾਂ ਮਾਨ ਸਾਹਿਬ ਨੂੰ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਮੀਡੀਆ ਪੰਜਾਬ ਦਾ ਨਾ ਬਿਲਕੁਲ ਜਿੰਨ ਵਰਗਾ, ਬੇਕਾਬੂ ਮੀਡੀਆ ਇਹ ਅੱਜ ਕਿੱਧਰ ਨੂੰ ਚੱਲਿਆ ਹੋਇਆ, ਕੱਲ ਇਹ ਦੋ ਧਾਰੀ ਤਲਵਾਰ ਵਰਗਾ। ਭਗਵੰਤ ਮਾਨ ਦੇ ਲਈ ਜਿੰਨੀ ਵੀ ਸਮੱਸਿਆ ਕ੍ਰੀਏਟ ਹੋ ਰਹੀ ਹੈ ਉਹ ਕੇਜਰੀਵਾਲ ਦੇ ਪਲੇਟਫਾਰਮ ਤੋਂ ਹੋਣੀ ਸੀ, ਉੱਥੋਂ ਹੀ ਹੋ ਰਹੀ ਹੈ। ਔਰ ਇਹ ਐਂਬੀਸ਼ੀਅਸ ਤਾਂ ਕੇਜਰੀਵਾਲ ਹੈ, ਤੁਸੀਂ ਜਾਣਦੇ ਹੋ ਇੰਡਾਇਰੈਕਟਲੀ ਕਿਤੇ ਨਾ ਕਿਤੇ ਉਸਨੇ ਭਾਜਪਾ ਫਾਇਦਾ ਦੇਣਾ ਔਰ ਖੁਦ ਨੂੰ ਸਟੇਬਲ ਕਰਨਾ। ਇੱਕੋ ਇੱਕ ਟਾਰਗੇਟ ਹੈ ਕੇਜਰੀਵਾਲ ਦਾ ਕਿ ਕਾਂਗਰਸ ਨੂੰ ਖਤਮ ਕਰਨਾ ਦੇਸ਼ ਵਿੱਚੋਂ। ਤਾਂ ਉਹਦੇ ਲਈ ਉਹ ਜਾਂਦੇ ਨੇ ਹੋਰ ਸਟੇਟਾਂ ਦੇ ਵਿੱਚ, ਉਹ ਖਰਚਾ ਪੰਜਾਬ ਨੂੰ ਪੈ ਰਿਹਾ। ਔਰ ਭਗਵੰਤ ਮਾਨ ਦੀ ਲੈ ਦੇ ਕੇ ਇੱਕੋ ਪ੍ਰੋਬਲਮ ਰਹਿਣੀ ਹੈ ਦਿੱਲੀ, ਕੇਜਰੀਵਾਲ, ਰਾਘਵ ਚੱਡਾ ਟੀਮ ਤੇ ਉਹਨਾਂ ਦੇ ਸਾਰੇ ਉਹ ਲੋਕ ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਦੇ ਰਹੇ ਨੇ। ਨੈਸ਼ਨਲ ਪਾਰਟੀਆਂ ਦੀ ਪ੍ਰੋਬਲਮ ਹੀ ਇਹੀ ਹੈ, ਜੇ ਉੱਤੇ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਡਿਸਾਈਡ ਕਰ ਲਿਆ ਕਿ ਅਸੀਂ ਕਾਂਗਰਸ ਤੇ ਅਕਾਲੀ ਦਲ ਠੋਕਣਾ ਤਾਂ ਭਗਵੰਤ ਮਾਨ ਸਾਹਿਬ ਉਸ ਤੋਂ ਬਾਹਰ ਹੋ ਹੀ ਨਹੀਂ ਸਕਦੇ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਠੋਕਿਆ ਜਾ ਰਿਹਾ ਕਿ ਨਹੀਂ ਠੋਕਿਆ ਜਾ ਰਿਹਾ, ਗਿਣੀ ਮਿਥੀ ਪਲੈਨਿੰਗ ਦੇ ਨਾਲ ਠੋਕਿਆ ਜਾ ਰਿਹਾ ਅਕਾਲੀਆਂ ਨੂੰ। ਅਕਾਲੀ ਨਹੀਂ ਸਮਝ ਪਾ ਰਹੇ ਕਿ ਜਦੋਂ ਆਪ ਸਰਕਾਰ ਬਣਦੀ ਹੈ, ਰੌਲਾ ਤਾਂ ਆਰਬਿਟ ਬੱਸਾਂ ਦਾ ਸੀ, ਰੌਲਾ ਤਾਂ ਚਿੱਟੀ ਸੁੰਡੀ ਦਾ ਸੀ, ਰੌਲਾ ਤਾਂ ਮਹਿੰਗੇ ਬਿਜਲੀ ਸਮਝੌਤਿਆਂ ਦਾ ਸੀ, ਰੌਲਾ ਤਾਂ ਇਹ ਪਾਇਆ ਗਿਆ ਸੁੱਖ ਵਿਲਾਸ ਹੋਟਲ ਦਾ ਹਿਸਾਬ ਤਾਂ ਲਵਾਂਗੇ। ਲੇਕਿਨ ਹੁਣ ਜਦੋਂ ਸਰਕਾਰ ਬਣ ਗਈ ਤੇ ਹੁਣ ਰੌਲਾ ਕਾਹਦਾ, ਪੀਟੀਸੀ ਦਾ। ਔਰ ਕੇਜਰੀਵਾਲ, ਭਗਵੰਤ ਮਾਨ ਔਰ ਸੈਂਟਰ ਦੀਆਂ ਸਾਰੀਆਂ ਪਾਰਟੀਆਂ ਰਲ ਕੇ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਤਰੀਕੇ ਜਿਹੜੀ ਇਹ ਰੀਜਨਲ ਰਾਜਨੀਤੀ ਹੈ ਇਸ ਨੂੰ ਖਤਮ ਕਰ ਦਿੱਤਾ ਜਾਏ। ਭਗਵੰਤ ਮਾਨ ਸਾਹਿਬ ਜੋ ਨੇ ਉਹ ਵੀ ਭਾਜਪਾ ਦੀ ਮੰਨਦੇ ਨੇ ਕਿ ਕੇਜਰੀਵਾਲ ਦੀ ਮੰਨਦੇ ਨੇ? ਪੰਜਾਬ ਦੇ ਵਿੱਚ ਭਾਜਪਾ ਸ਼ਾਂਤ ਬੈਠੀ ਹੈ ਤੇ ਭਾਜਪਾ ਦੇ ਸਾਰੇ ਕੰਮ ਹੋ ਰਹੇ ਨੇ, ਭਾਜਪਾ ਨੂੰ ਕੋਈ ਘਬਰਾਹਟ ਨਹੀਂ ਹੈ। ਤਾਂ ਮੈਂ ਮੰਨ ਕੇ ਚੱਲਦਾ ਕਿ ਆਪ ਤੇ ਭਾਜਪਾ ਮਿਲ ਕੇ ਚੱਲ ਰਹੇ ਨੇ। ਤਾਂ ਅਸੀਂ ਜਾਣਦੇ ਹਾਂ ਕਿ ਭਗਵੰਤ ਮਾਨ, ਕੇਜਰੀਵਾਲ ਹੋਰਾਂ ਦੀ ਕੋਈ ਚੁਆਇਸ ਨਹੀਂ ਸੀ। ਕੌਣ ਸੀ ਚੁਆਇਸ ਕੇਜਰੀਵਾਲ ਦੀ? ਕੇਜਰੀਵਾਲ ਕੋਲੇ ਕੋਈ ਚੁਆਇਸ ਨਹੀਂ ਸੀ। ਕੇਜਰੀਵਾਲ ਦਾ ਵਸ ਨਹੀਂ ਚੱਲਿਆ, ਵਰਨਾ ਕੇਜਰੀਵਾਲ ਆਪ ਚੁਆਇਸ ਹੁੰਦਾ। ਤੁਸੀਂ ਦੇਖਿਆ ਜੋ ਪਹਿਲਾਂ ਪੰਜਾਬ ਦੇ ਵਿੱਚ ਪੋਸਟਰ ਹੀ ਲੱਗਿਆ ਸੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਤਾਂ ਮਜਬੂਰੀ ਨੂੰ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਸੀਐਮ ਡਿਕਲੇਅਰ ਕਰਤਾ। ਔਰ ਅਸੀਂ ਜਾਣਦੇ ਹਾਂ ਕਿ ਉਹਦੇ ਨਾਲ ਵੀ ਚੀਜ਼ਾਂ ਬਹੁਤ ਬਦਲੀਆਂ। ਭਗਵੰਤ ਮਾਨ ਦਾ ਥੱਲੇ ਬਹੁਤ ਵੱਡਾ ਕੰਮ ਸੀ। ਤੱਕ ਬਹੁਤ ਪੰਜਾਬ ਦੇ ਸੀਨੀਅਰ ਬਿਊਰੋਕਰੇਟ ਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਦੱਸੀ, ਲੀਡਰਾਂ ਕੋਲ ਕੋਈ ਡਾਟਾ ਨਹੀਂ ਹੁੰਦਾ, ਇਹਨਾਂ ਨੂੰ ਕੋਈ ਪਾਲਿਸੀਆਂ ਦਾ ਨਹੀਂ ਪਤਾ, ਬਾਹਰ ਖੜ ਕੇ ਜੋ ਮਰਜ਼ੀ ਇਹ ਪੱਟਾਂ ਤੇ ਹੱਥ ਮਾਰੀ ਜਾਣ, ਅਸੀਂ ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਅੰਦਰ ਆ ਕੇ ਵੀ ਇਹਨਾਂ ਨੂੰ ਪਤਾ ਲੱਗਦਾ ਕਿ ਸਰਕਾਰਾਂ ਐ ਨਹੀਂ ਚੱਲਦੀਆਂ। ਚਰਚਾ ਕਰਾਂਗੇ ਭਗਵੰਤ ਮਾਨ ਨੂੰ ਲੈ ਕੇ। ਭਗਵੰਤ ਮਾਨ ਸੀਐਮ ਬਣਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੀ ਉਹਨਾਂ ਦੀ ਵੀਡੀਓ ਦੇਖੀਏ ਤਾਂ ਅੱਜ ਦੀ ਵੀਡੀਓ ਪੁਰਾਣੇ ਭਗਵੰਤ ਮਾਨ ਦੇ ਖਿਲਾਫ ਹੁੰਦੀਆਂ ਨੇ। ਭਗਵੰਤ ਮਾਨ ਨੇ ਕਾਫੀ ਇਹੋ ਜਿਹੇ ਵਾਅਦੇ ਕੀਤੇ ਸੀ ਜਿਸ ਉੱਪਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਵਾਂਗੇ। ਚਾਹੇ ਸਿਕਿਉਰਿਟੀ ਦੀ ਗੱਲ ਹੋ ਜਾਵੇ, ਚਾਹੇ ਆਟਾ, ਦਾਲ, ਚਾਵਲ ਦੇ ਥੈਲੇ ਉੱਤੇ ਫੋਟੋਆਂ ਦੀ ਗੱਲ ਹੋ ਜਾਵੇ। ਅੱਜ ਜੇ ਖਾਤੇ ਖੋਲ੍ਹ ਕੇ ਦੇਖ ਲਈਏ ਤਾਂ ਜਿੰਨਾ ਪੈਸਾ ਇਹਨਾਂ ਨੇ ਐਡ ਉੱਤੇ ਲਗਾਇਆ ਹੈ ਕਿ ਉਸ ਦਾ ਜਵਾਬ ਦੇਣਗੇ। ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਪਾਲੀ ਭੁਪਿੰਦਰ। ਪਾਲੀ ਭੁਪਿੰਦਰ ਉਹ ਸ਼ਖਸ ਨੇ ਜੋ ਭਗਵੰਤ ਮਾਨ ਦੇ ਨਾਲ ਕਾਫੀ ਲੰਮਾ ਸਮਾਂ ਰਹੇ ਵੀ ਨੇ, ਕਾਫੀ ਅੱਛੇ ਦੋਸਤ ਵੀ ਨੇ ਤੇ ਭਗਵੰਤ ਮਾਨ ਨੂੰ ਸਮੇਂ-ਸਮੇਂ ਤੇ ਚੋਣਾਂ ਤੋਂ ਪਹਿਲਾਂ ਗਾਈਡ ਵੀ ਕਰਦੇ ਆਏ ਨੇ। ਪਾਲੀ ਭੁਪਿੰਦਰ ਸਾਡੇ ਨਾਲ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਵਿਜੇ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਸ਼ੁਰੂਆਤ ਕੀਤੀ ਹੈ ਕਿ ਪਾਲੀ ਭੁਪਿੰਦਰ ਭਗਵੰਤ ਮਾਨ ਦੇ ਕਾਫੀ ਅੱਛੇ ਦੋਸਤ ਨੇ, ਹੁਣ ਵੀ ਦੋਸਤ ਹੋ, ਤੁਸੀਂ ਉਹਨਾਂ ਦੇ ਨਾਲ ਸੀ ਚੋਣਾਂ ਤੋਂ ਪਹਿਲਾਂ। ਕਿਵੇਂ ਤਸਵੀਰ ਦੇਖਦੇ ਹੋ ਭਗਵੰਤ ਮਾਨ ਦੀ ਹੁਣ ਦੀ ਤੇ ਚੋਣਾਂ ਤੋਂ ਪਹਿਲਾਂ ਦੀ? ਵਿਜੇ ਜੀ, ਗੱਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਤੇ ਚੋਣਾਂ ਤੋਂ ਬਾਅਦ ਤੁਸੀਂ ਵੀ ਸਮਝਦੇ ਹੋ ਕਿ ਸਥਿਤੀਆਂ ਹਮੇਸ਼ਾ ਹੀ ਬਦਲ ਜਾਂਦੀਆਂ ਨੇ, ਫਰਕ ਹੁੰਦਾ। ਬਾਹਰ ਬੈਠ ਕੇ ਗੱਲ ਕਰਨੀ ਪੰਜਾਬ ਦੀ, ਦੇਸ਼ ਦੀ ਸਥਿਤੀਆਂ ਦੀ, ਲੋਕਾਂ ਦੀ, ਉਹ ਹੋਰ ਗੱਲ ਹੁੰਦੀ ਹੈ। ਜਦੋਂ ਕੋਈ ਬੰਦਾ ਰਾਜਨੀਤੀ ਦੇ ਅੰਦਰ ਚਲਾ ਜਾਂਦਾ ਤਾਂ ਉੱਥੇ ਇੱਕ ਆਲ ਟੂਗੈਦਰ ਵੱਖਰਾ ਕਿਸਮ ਦਾ ਮਾਹੌਲ ਹੁੰਦਾ। ਮੈਂ ਡਿਫੈਂਡ ਨਹੀਂ ਕਰ ਰਿਹਾ ਭਗਵੰਤ ਮਾਨ ਹੋਰਾਂ ਨੂੰ। ਠੀਕ ਹੈ ਕਿ ਮੈਂ ਇੱਕ ਕਲਾਕਾਰ ਦੇ ਤੌਰ 'ਤੇ ਉਹਨਾਂ ਨਾਲ ਕਾਫੀ ਲੰਬਾ ਸਮਾਂ ਜੁੜੇ ਰਹੇ ਔਰ ਅਸੀਂ ਅਕਸਰ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਸੀ ਔਰ ਮੈਂ ਸਪੋਰਟਰ ਸੀ ਉਹਨਾਂ ਦਾ ਖੁੱਲ੍ਹ ਕੇ। ਮੈਂ ਇਸ ਗੱਲ ਤੋਂ ਕਦੇ ਵੀ ਇਨਕਾਰ ਨਹੀਂ ਕਰਦਾ ਔਰ
ਅਜਿਹਾ ਵੀ ਨਹੀਂ ਹੈ ਕਿ ਮੈਂ ਅੱਜ ਉਹਨਾਂ ਦਾ ਸਪੋਰਟਰ ਨਹੀਂ ਹਾਂ, ਠੀਕ ਹੈ। ਮੇਰੀਆਂ ਸ਼ੁਭ ਇੱਛਾਵਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਨੇ। ਅੱਜ ਉਹ ਮਾਨ ਸਾਹਿਬ ਹੋ ਗਏ ਨੇ, ਕੱਲ੍ਹ ਤੱਕ ਉਹ ਸਾਡੇ ਆਰਟਿਸਟ ਸਾਥੀ ਸੀ। ਤਾਂ ਮੈਂ ਮੰਨ ਕੇ ਚੱਲਦਾ ਕਿ ਮੈਂ ਪਿੱਛੋਂ ਜੇ ਇੱਕ ਸੀਰੀਜ਼ ਲਿਖੀ ਹੈ ਚੌਸਰ, ਬਹੁਤ ਹਿੱਟ ਹੋਈ PTC ਦੇ ਉੱਪਰ, ਤਾਂ ਉਹਦਾ ਜਦੋਂ ਦੂਜਾ ਪਾਰਟ ਲਿਖ ਰਹੇ ਸੀ ਅਸੀਂ ਇਸੇ ਚੀਜ਼ ਦੇ ਉੱਪਰ ਫੋਕਸ ਕੀਤਾ ਕਿ ਇੱਕ ਬੰਦਾ ਜਦੋਂ ਰਾਜਨੀਤੀ ਦੇ ਬਾਹਰ ਖੜ ਕੇ ਨਾਅਰੇ ਲਾਉਂਦਾ ਹੈ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਤੇ ਜਦੋਂ ਉਹ ਬੰਦਾ ਅੰਦਰ ਜਾਂਦਾ ਤੇ ਫਿਰ ਸਿਚੁਏਸ਼ਨਸ ਕਿਵੇਂ ਬਦਲ ਜਾਂਦੀਆਂ ਨੇ। ਤਾਂ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਜਦੋਂ ਰਿਸਰਚ ਕਰ ਰਹੇ ਸੀ ਤਾਂ ਮੈਂ ਕਿੰਨੇ ਸਾਰੇ ਪੋਲੀਟੀਕਲ ਲੋਕਾਂ ਨਾਲ ਗੱਲ ਕੀਤੀ, ਬਿਊਰੋਕਰੇਟਸ ਨਾਲ ਗੱਲ ਕੀਤੀ, ਤੱਕ ਬਹੁਤ ਪੰਜਾਬ ਦੇ ਸੀਨੀਅਰ ਬਿਊਰੋਕਰੇਟ ਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਦੱਸੀ। ਉਹ ਕਹਿੰਦੇ ਕਿ ਬਾਹਰ ਬੈਠ ਕੇ ਜਿਹੜੇ ਇਹ ਲੀਡਰ ਹੁੰਦੇ ਨੇ ਇਹ ਜੋ ਮਰਜ਼ੀ ਵਾਅਦੇ ਕਰਕੇ ਆ ਜਾਣ ਅੰਦਰ, ਲੀਡਰਾਂ ਨੇ ਸਿਰਫ ਵਾਅਦਾ ਕਰਨਾ ਹੈ ਔਰ ਲੋਕ ਵੀ ਉਹਨਾਂ ਦੇ ਵਾਅਦਿਆਂ ਨੂੰ ਸੀਰੀਅਸ ਨਹੀਂ ਲੈਂਦੇ। ਵੋਟਾਂ ਤਾਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਤੇ ਪੈਂਦੀਆਂ ਨੇ। ਲੀਡਰਾਂ ਕੋਲ ਕੋਈ ਡਾਟਾ ਨਹੀਂ ਹੁੰਦਾ, ਇਹਨਾਂ ਨੂੰ ਕੋਈ ਪਾਲਿਸੀਆਂ ਦਾ ਨਹੀਂ ਪਤਾ। ਬਾਹਰ ਖੜ ਕੇ ਜੋ ਮਰਜ਼ੀ ਇਹ ਪੱਟਾਂ ਤੇ ਹੱਥ ਮਾਰੀ ਜਾਣ, ਅਸੀਂ ਆਹ ਕਰ ਦਿਆਂਗੇ, ਆਓ ਕਰ ਦਿਆਂਗੇ। ਅੰਦਰ ਆ ਕੇ ਵੀ ਇਹਨਾਂ ਨੂੰ ਪਤਾ ਲੱਗਦਾ ਕਿ ਸਰਕਾਰਾਂ ਐ ਨਹੀਂ ਚੱਲਦੀਆਂ। ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ, ਸਰਕਾਰਾਂ ਕੁਝ ਪਾਲਿਸੀਆਂ ਬਣਾਉਂਦੀਆਂ ਨੇ, ਸਰਕਾਰਾਂ ਕੋਲ ਡਾਟਾ ਹੁੰਦਾ, ਅੰਕੜੇ ਹੁੰਦੇ ਆ, ਦੇਖਣਾ ਹੁੰਦਾ ਕਿਹੜੀ ਚੀਜ਼ ਡਾਵਾਂਡੋਲ ਹੋ ਰਹੀ ਹੈ ਕਿੱਥੋਂ। ਲੀਡਰਾਂ ਦਾ ਸਿਰਫ ਇੱਕ ਕੰਮ ਹੈ ਆਪਣੀ ਕੁਰਸੀ ਬਚਾਉਣਾ, ਤੇ ਉਹ ਕਹਿੰਦੇ ਨੇ ਕਿ ਇਹ ਸਿਰਫ ਆਪਣੀ ਕੁਰਸੀ ਬਚਾਉਣ ਦੀ ਖੇਡ ਸਕਦੇ ਆ। ਪੰਜਾਬ ਤਾਂ ਲੈ ਦੇ ਕੇ ਪਾਲਿਸੀਆਂ ਨਾਲ ਚੱਲਦਾ ਤੇ ਪਾਲਿਸੀ ਮੇਕਰ ਲੋਕ ਹੋਰ ਹੁੰਦੇ ਨੇ। ਤਾਂ ਮੈਨੂੰ ਇਹ ਲੱਗਦਾ ਕਿ ਮਾਨ ਸਾਹਿਬ ਬਾਹਰ ਬੈਠ ਕੇ ਉਵੇਂ ਹੀ ਗੱਲਾਂ ਕਰ ਗਏ ਇਗਨੋਰੈਂਸ ਦੇ ਵਿੱਚ, ਜਾਂ ਉਹਨਾਂ ਦੀ ਪੂਰੀ ਟੀਮ, ਜਿਵੇਂ ਕਿ ਪਿੱਛੋਂ ਜੇ ਅਨਮੋਲ ਗਗਨ ਮਾਲ ਹੋਰਾਂ ਨੇ ਤਾਂ ਮੰਨ ਵੀ ਲਿਆ ਕਿ ਬਾਹਰ ਬੈਠ ਕੇ ਅਸੀਂ ਜਿਹੜੀ ਗੱਲ ਕਹੀ ਉਹ ਅੰਦਰ ਆ ਕੇ ਨਹੀਂ ਸੀ, ਸਾਨੂੰ ਪਤਾ ਲੱਗਿਆ ਉਹ ਨਹੀਂ ਸੀ ਹੋ ਸਕਦੀ। ਤਾਂ ਮੈਨੂੰ ਇਹ ਲੱਗਦਾ ਕਿ ਬਹੁਤੇ ਬੰਦੇ ਨਵੇਂ ਨੇ ਆਪ ਦੇ ਵਿੱਚ। ਮਾਨ ਸਾਹਿਬ ਵੀ ਠੀਕ ਹੈ, ਉਹ ਬਹੁਤ ਵੱਡੇ ਲੀਡਰ ਹੋ ਚੁੱਕੇ ਸੀ, MP ਦੇ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਕੰਮ ਸੀ, ਲੇਕਿਨ ਕਿਸੇ ਸਟੇਟ ਨੂੰ ਚਲਾਉਣ ਦਾ ਉਹਨਾਂ ਦਾ ਤਜਰਬਾ ਨਹੀਂ ਸੀ। ਤਾਂ ਬਾਹਰ ਬੈਠ ਕੇ ਉਹਨਾਂ ਨੇ ਉਵੇਂ ਹੀ ਵੱਡੀਆਂ ਗੱਲਾਂ ਕੀਤੀਆਂ। ਉਹ ਅੰਦਰ ਗਏ ਹੋਣਗੇ ਤਾਂ ਮੈਨੂੰ ਲੱਗਦਾ ਅੰਦਰ ਉਹਨਾਂ ਲਈ ਮਾਹੌਲ ਥੋੜ੍ਹਾ ਜਿਹਾ ਵੱਖਰਾ ਹੈ। ਮੈਨੂੰ ਵੀ ਕਦੇ ਦੇਖ ਕੇ ਨਿਰਾਸ਼ਾ ਤਾਂ ਹੁੰਦੀ ਹੈ ਕਿ ਉਹ ਕਰ ਕੀ ਰਹੇ ਨੇ, ਪਰ ਮੈਂ ਹੁਣ ਇਹ ਵੀ ਸਮਝ ਸਕਦਾ ਕਿ ਬਾਹਰ ਬੈਠ ਕੇ ਗੱਲ ਕਰਨ ਤੇ ਅੰਦਰ ਜਾ ਕੇ ਸਰਕਾਰ ਚਲਾਉਣ ਦੇ ਵਿੱਚ ਫਰਕ ਪੈ ਚੁੱਕਿਆ। ਹੁਣ ਆਪਾਂ ਨੂੰ ਪਤਾ ਕਿ ਚੋਣ ਪ੍ਰਚਾਰ ਹੋਏ ਨੇ, ਅਲੱਗ-ਅਲੱਗ ਸੂਬਿਆਂ ਦੇ ਵਿੱਚ ਚੋਣਾਂ ਹੈਗੀਆਂ ਨੇ। ਹੁਣ CM ਸਾਹਿਬ ਜਾਂਦੇ ਨੇ, ਕਈਆਂ ਨੇ ਲਿਖਿਆ ਵੀ ਹੈਗਾ ਕਿ ਹੈਲੀਕਾਪਟਰ ਦਾ ਖਰਚਾ ਪੰਜਾਬ ਚੁੱਕੀ ਤੇ ਕੇਜਰੀਵਾਲ ਸਾਹਿਬ ਬੈ ਕੇ ਕਿਉਂ ਨਾਲ ਜਾਣ। ਕੇਜਰੀਵਾਲ ਸਾਹਿਬ ਪਹਿਲੇ ਦਿਨ ਤੋਂ ਹੀ ਭਗਵੰਤ ਮਾਨ ਹੋਰਾਂ ਦੀ ਇੱਕ ਲਿਮਿਟੇਸ਼ਨ ਸੀ, ਇਲੈਕਸ਼ਨਾਂ ਤੋਂ ਪਹਿਲਾਂ ਵੀ ਸੀ। ਜੇ ਤੁਹਾਨੂੰ ਯਾਦ ਹੋਵੇ ਥੋੜ੍ਹਾ ਜਿਹਾ ਪਿੱਛੇ ਚੱਲੀਏ ਤਾਂ ਅਸੀਂ ਜਾਣਦੇ ਹਾਂ ਕਿ ਭਗਵੰਤ ਮਾਨ ਕੇਜਰੀਵਾਲ ਹੋਰਾਂ ਦੀ ਕੋਈ ਚੁਆਇਸ ਨਹੀਂ ਸੀ। ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ। ਕੌਣ ਸੀ ਚੁਆਇਸ ਕੇਜਰੀਵਾਲ ਦੀ? ਕੇਜਰੀਵਾਲ ਕੋਲੇ ਕੋਈ ਚੁਆਇਸ ਨਹੀਂ ਸੀ। ਕੇਜਰੀਵਾਲ ਦਾ ਵਸ ਨਹੀਂ ਚੱਲਿਆ, ਵਰਨਾ ਕੇਜਰੀਵਾਲ ਆਪ ਚੁਆਇਸ ਹੁੰਦਾ ਤਾਂ ਪੰਜਾਬ ਲਈ। ਹਾਂ, ਕਿਉਂਕਿ ਦੇਖੋ ਕੁਝ ਵੀ ਹੈ, ਕੇਜਰੀਵਾਲ ਸਾਹਿਬ ਇੱਕ ਪੁਰਾਣੇ IAS ਅਫਸਰ ਹੈ, ਠੀਕ ਹੈ, ਵੱਡੇ ਬਿਊਰੋਕਰੈਟ ਰਹਿ ਚੁੱਕੇ। ਉਹਨਾਂ ਨੂੰ ਸਿਸਟਮ ਦੀ ਸਮਝ ਆ, ਉਹਨਾਂ ਨੂੰ ਲੋਕਾਂ ਦੀ ਨਬਜ਼ ਪਕੜਨੀ ਆਉਂਦੀ ਹੈ। ਉਹਨਾਂ ਨੂੰ ਇੱਕ ਚੀਜ਼ ਦਾ ਅਹਿਸਾਸ ਤਾਂ ਸ਼ਰਤੀਆ ਹੋ ਚੁੱਕਿਆ ਸੀ ਕਿ ਪੰਜਾਬ ਦੇ ਲੋਕ ਬਾਗੀ ਮੂਡ ਦੇ ਵਿੱਚ ਨੇ, ਉਹ ਬਹੁਤ ਤਗੜੀ ਪਟਕਣੀ ਲਵਾਉਣਗੀਆਂ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ। ਤਾਂ ਉਹਨਾਂ ਨੂੰ ਐਂ ਲੱਗ ਰਿਹਾ ਸੀ ਕਿ ਇਸ ਵੇਲੇ ਜਿਹੜੀ ਇਹ ਨੈਗੇਟਿਵ ਰੋਹ ਚੱਲਦੀ ਪਈ ਹੈ ਇਹ ਮੇਰੇ ਸਿਰ ਤੇ ਵੀ ਚੱਲ ਸਕਦੀ ਹੈ। ਔਰ ਤੁਸੀਂ ਦੇਖਿਆ ਜੋ ਪਹਿਲਾਂ ਪੰਜਾਬ ਦੇ ਵਿੱਚ ਪੋਸਟਰ ਹੀ ਲੱਗਿਆ ਸੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਠੀਕ ਹੈ। ਔਰ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਬੜੀ ਤਾਕਤ ਦੇ ਨਾਲ ਅੱਗੇ ਲੈ ਕੇ ਆਂਦਾ ਆਪਣਾ ਅੰਮ੍ਰਿਤਸਰ ਵਾਲੇ ਜਿਹੜੇ ਹੈਗੇ ਪੁਰਾਣੇ DGP, ਕੀ ਨਾਮ ਮੈਂ ਉਹਦਾ ਨਾਮ ਭੁੱਲ ਗਿਆ, ਕੁੰਵਰ ਵਿਜੇ ਪ੍ਰਤਾਪ। ਤਾਂ ਕੁੰਵਰ ਵਿਜੇ ਪ੍ਰਤਾਪ ਜਦੋਂ ਆਪ ਜੁਆਇਨ ਕਰਦੇ ਨੇ, ਤੁਸੀਂ ਯਾਦ ਕਰੋ ਪੰਜਾਬ 'ਚ ਕਿੱਡੇ ਵੱਡੇ ਪੋਸਟਰ ਲੱਗਦੇ ਨੇ। ਤਾਂ ਇਹਨਾਂ ਮਤਲਬ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਹੋਰ ਆਪਸ਼ਨਸ ਚੱਲ ਰਹੀਆਂ ਸਨ, ਔਰ ਭਗਵੰਤ ਮਾਨ ਉਸ ਵੇਲੇ ਤੱਕ ਉਹਨਾਂ ਦੀ ਆਪਸ਼ਨ ਨਹੀਂ ਸੀ। ਤਾਂ ਭਗਵੰਤ ਮਾਨ, ਜੇ ਤੁਹਾਨੂੰ ਯਾਦ ਹੋਵੇ ਵੀ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਬਗਾਵਤੀ ਰੋਂ ਦੇ ਵਿੱਚ ਬੈਠ ਕੇ ਘਰੇ ਬੈਠ ਕੇ ਲੋਕੀ ਪੰਜਾਬ ਦੇ ਮਿਲਣ ਆਉਣ ਲੱਗ ਪਏ, ਐਦਾਂ ਲੱਗਿਆ ਭਗਵੰਤ ਮਾਨ ਬਗਾਵਤੀ ਹੋ ਰਹੇ ਨੇ। ਔਰ ਮੈਂ ਵੀ ਉਹਨਾਂ ਚੰਦ ਲੋਕਾਂ ਵਿੱਚੋਂ ਇੱਕ ਸੀ ਜਿਹੜੇ ਭਗਵੰਤ ਮਾਨ ਨੂੰ ਕਹਿੰਦੇ ਸੀ ਕਿ ਚੱਲ ਹੁਣ ਬਗਾਵਤ ਦੇ ਰਾਹ 'ਤੇ ਹੀ ਚੱਲਣਾ ਚਾਹੀਦਾ ਜੇ ਕੇਜਰੀਵਾਲ ਇੱਦਾਂ ਨਹੀਂ ਕਰਦਾ। ਤਾਂ ਫਿਰ ਕੇਜਰੀਵਾਲ ਨੇ ਆਖਰ ਦੇ ਉੱਪਰ ਸਮਝ ਲਿਆ ਕਿ ਨਹੀਂ, ਇਹ ਗੱਲ ਨਹੀਂ ਬਣਨੀ ਭਗਵੰਤ ਮਾਨ ਤੋਂ ਬਿਨਾਂ। ਤਾਂ ਮਜਬੂਰੀ ਨੂੰ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੂੰ ਪੰਜਾਬ ਦਾ CM ਡਿਕਲੇਅਰ ਕਰਤਾ। ਔਰ ਅਸੀਂ ਜਾਣਦੇ ਹਾਂ ਕਿ ਉਹਦੇ ਨਾਲ ਵੀ ਚੀਜ਼ਾਂ ਬਹੁਤ ਬਦਲੀਆਂ। ਭਗਵੰਤ ਮਾਨ ਦਾ ਥੱਲੇ ਬਹੁਤ ਵੱਡਾ ਕੰਮ ਸੀ। ਤਾਂ ਕੇਜਰੀਵਾਲ ਉਸ ਵੇਲੇ ਇੱਕ ਲਿਮਿਟੇਸ਼ਨ ਸੀ। ਫਿਰ ਭਗਵੰਤ ਮਾਨ ਨੇ ਜਦੋਂ ਜਾ ਕੇ, ਤੁਹਾਨੂੰ ਯਾਦ ਹੋਊਗਾ ਕਿ ਉਹ ਕਿੱਡਾ ਅਜੀਬ ਸੀਨ ਸੀ ਕਿ ਜਾਂਦਾ ਭਗਵੰਤ ਮਾਨ ਔਰ ਜਾ ਕੇ ਉਹਨਾਂ ਦੇ ਪੈਰੀ ਹੱਥ ਲਾ ਦਿੰਦਾ। ਉਸ ਵੇਲੇ ਬਹੁਤ ਜਰਕ ਲੱਗੀ ਭਗਵੰਤ ਮਾਨ ਦੇ ਸਪੋਰਟਰਾਂ ਨੂੰ ਕਿ ਆਹ ਕੀ ਹੋ ਗਿਆ, ਪਰ ਮੰਨ ਲਿਆ ਕਿ ਚਲੋ ਰਾਜਨੀਤੀ ਹੈ, ਮਿਲ ਕੇ ਚੱਲਣਾ। ਔਰ ਫਿਰ ਤੁਰੰਤ ਬਾਅਦ ਜਦੋਂ ਇਲੈਕਸ਼ਨ ਹੁੰਦੇ ਨੇ, ਪਹਿਲੀ ਸਭਾ ਕੇਜਰੀਵਾਲ ਸਾਹਿਬ ਲੈਂਦੇ ਨੇ 92 ਮਿਨਿਸਟਰਾਂ ਦੀ, ਔਰ ਜਿਵੇਂ TV ਦੇ ਉੱਪਰ ਅੱਗੇ ਬਿਠਾ ਕੇ ਉਹਨਾਂ ਦੀ ਕਲਾਸ ਲਈ ਗਈ, ਉਦੋਂ ਵੀ ਇੱਕ ਝਟਕਾ ਲੱਗਿਆ ਕਿ ਇਹ ਕੀ ਹੋ ਗਿਆ। ਔਰ ਫਿਰ ਜਿੱਦਣ ਤੁਸੀਂ ਸਮਝ ਲਓ ਕਿ ਪੰਜਾਬ ਦੀਆਂ ਪੰਜੇ ਰਾਜ ਸਭਾ ਦੀਆਂ ਸੀਟਾਂ ਆਲਮੋਸਟ ਮੈਂ ਕਹੂੰਗਾ ਕਿ ਵਿਕ ਜਾਂਦੀਆਂ ਨੇ, ਇੱਕ ਤਰੀਕੇ ਨਾਲ ਵਿਕਣਾ ਹੀ ਕਹਾਂਗੇ ਅਸੀਂ ਉਹਨਾਂ ਨੂੰ। ਤਾਂ ਉਦੋਂ ਬਾਅਦ ਕਲੀਅਰ ਹੋ ਗਿਆ ਸੀ ਕਿ ਨਹੀਂ, ਇਹ ਤਾਂ ਮਾਮਲਾ ਥੋੜ੍ਹਾ ਜਿਹਾ ਉਲਟਾ ਪੁਲਟਾ ਹੋ ਗਿਆ। ਔਰ ਮੈਨੂੰ ਲੱਗਦਾ ਕਿ ਮੇਰੇ ਵਰਗੇ ਉਹ ਸਾਰੇ ਲੋਕ ਜਿਹੜੇ ਬਹੁਤ ਵੱਡੇ ਪੱਧਰ 'ਤੇ ਭਗਵੰਤ ਮਾਨ ਦੇ ਹਿਤੈਸ਼ੀ ਸੀ, ਉਸ ਵੇਲੇ ਚਿੰਤਾ ਦੇ ਵਿੱਚ ਆ ਚੁੱਕੇ ਸੀ। ਔਰ ਸਾਨੂੰ ਅੱਜ ਤੱਕ ਵੀ ਪਤਾ ਹੈ
ਭਗਵੰਤ ਮਾਨ ਦੇ ਲਈ ਜਿੰਨੀ ਵੀ ਸਮੱਸਿਆ ਕ੍ਰੀਏਟ ਹੋ ਰਹੀ ਹੈ ਉਹ ਕੇਜਰੀਵਾਲ ਦੇ ਪਲੇਟਫਾਰਮ ਤੋਂ ਹੋਣੀ ਸੀ, ਉੱਥੋਂ ਹੀ ਹੋ ਰਹੀ ਹੈ। ਔਰ ਇਹ ਐਂਬੀਸ਼ੀਅਸ ਤਾਂ ਕੇਜਰੀਵਾਲ ਹੈ, ਆਪ ਨੇ ਸਾਰੇ ਦੇਸ਼ ਵਿੱਚ ਫੈਲਣਾ, ਹਾਲਾਂਕਿ ਫੈਲਣ ਦੇ ਕੋਈ ਚਾਂਸ ਨਹੀਂ, ਲੇਕਿਨ ਆਪ ਨੇ ਹੋਰ ਸੂਬਿਆਂ ਵਿੱਚ ਜਾਣਾ ਹੈ। ਤੁਸੀਂ ਜਾਣਦੇ ਹੋ ਇਨਡਾਇਰੈਕਟਲੀ ਕਿਤੇ ਨਾ ਕਿਤੇ ਉਸਨੇ ਭਾਜਪਾ ਫਾਇਦਾ ਦੇਣਾ ਔਰ ਖੁਦ ਨੂੰ ਸਟੇਬਲ ਕਰਨਾ। ਇੱਕੋ ਇੱਕ ਟਾਰਗੇਟ ਹੈ ਕੇਜਰੀਵਾਲ ਦਾ ਕਿ ਕਾਂਗਰਸ ਨੂੰ ਖਤਮ ਕਰਨਾ ਦੇਸ਼ ਵਿੱਚੋਂ। ਤਾਂ ਉਹਦੇ ਲਈ ਉਹ ਜਾਂਦੇ ਨੇ ਹੋਰ ਸਟੇਟਾਂ ਦੇ ਵਿੱਚ, ਉਹ ਖਰਚਾ ਪੰਜਾਬ ਨੂੰ ਪੈ ਰਿਹਾ। ਔਰ ਭਗਵੰਤ ਮਾਨ ਦੀ ਲੈ ਦੇ ਕੇ ਇੱਕੋ ਪ੍ਰੋਬਲਮ ਰਹਿਣੀ ਹੈ ਦਿੱਲੀ, ਕੇਜਰੀਵਾਲ, ਰਾਘਵ ਚੱਡਾ ਟੀਮ ਤੇ ਉਹਨਾਂ ਦੇ ਸਾਰੇ ਉਹ ਲੋਕ ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਦੇ ਰਹੇ ਨੇ। ਭਗਵੰਤ ਮਾਨ ਬਹੁਤ ਤਾਕਤਵਰ ਨੇਤਾ ਹੈ, ਚਾਹੇ ਜੋ ਮਰਜ਼ੀ ਕਹਿ ਲਵੇ, ਉਸ ਨੂੰ ਕੋਈ ਭੰਡ ਕਹੀ ਜਾਵੇ, ਉਹਨੂੰ ਜੋ ਮਰਜ਼ੀ ਕਹੀ ਜਾਵੇ, ਉਹ ਤਾਕਤਵਰ ਨੇਤਾ ਹੈ। ਲੇਕਿਨ ਉਹਨੂੰ ਜਿੱਦਣ ਹਰਾਊਗਾ, ਮੈਨੂੰ ਲੱਗਦਾ ਕੇਜਰੀਵਾਲ ਤੇ ਉਹਦੀ ਟੀਮ ਹੀ ਹਰਾਊਗੀ। ਤੁਸੀਂ ਕਹਿ ਰਹੇ ਹੋ ਕਿ ਕੇਜਰੀਵਾਲ ਸਾਹਿਬ ਕਾਂਗਰਸ ਨੂੰ ਖਤਮ ਕਰਦੇ ਤੇ ਭਾਜਪਾ ਨੂੰ ਅੱਪ ਕਰਦੇ ਨੇ, ਕਿ ਉਹਦੇ ਸਾਥੀ ਭਗਵੰਤ ਮਾਨ ਵੀ ਬਣਦੇ ਨੇ, ਕਿ ਭਗਵੰਤ ਮਾਨ ਵੀ ਯੋਗਦਾਨ ਪਾ ਰਹੇ ਨੇ ਭਾਜਪਾ ਨੂੰ ਅੱਪ ਕਰਨ ਲਈ? ਦੇਖੋ, ਅੰਦਰ ਬੈਠ ਕੇ ਉਹ ਰਾਜਨੀਤੀ ਕੀ ਕਰ ਰਹੇ ਨੇ ਮੈਨੂੰ ਨਹੀਂ ਪਤਾ, ਮੈਂ ਉਹਨਾਂ ਨਾਲ ਇਨ ਟੱਚ ਨਹੀਂ ਹਾਂ ਬਹੁਤ ਦੇਰ ਤੋਂ, ਲੇਕਿਨ ਮੇਰੀ ਇੱਕ ਆਬਜ਼ਰਵੇਸ਼ਨ ਹੈ। ਮੈਂ ਕੋਈ ਰਾਜਨੀਤਿਕ ਪੰਡਤ ਨਹੀਂ ਹਾਂ, ਵਿਦਵਾਨ ਨਹੀਂ ਹਾਂ, ਤੁਹਾਨੂੰ ਪਤਾ ਮੇਰਾ ਤਾਂ ਲਿਖਣ ਪੜ੍ਹਨ ਨਾਲ ਤਾਲੁਕ ਹੈ ਔਰ ਪੰਜਾਬ ਨਾਲ ਮੈਂ ਜੁੜਿਆ ਹੋਇਆ। ਭਾਵੇਂ ਮੈਂ ਗਲਤ ਹੋਵਾਂ ਭਾਵੇਂ ਸਹੀ ਹੋਵਾਂ, ਮੇਰਾ ਸਟੈਂਡ ਹਮੇਸ਼ਾ ਪੰਜਾਬ ਪੱਖੀ ਰਹਿੰਦਾ। ਮੈਨੂੰ ਇੱਕ ਚੀਜ਼ ਤਾਂ ਨਜ਼ਰ ਆ ਰਹੀ ਹੈ, ਜੇ ਮੈਂ ਪੰਜਾਬ ਪੱਖੀ ਹੋ ਕੇ ਸੋਚਾਂ ਕਿ ਇੱਕ ਗਿਣੀ ਮਥੀ ਸਾਜ਼ਿਸ਼ ਦੇ ਤਹਿਤ, ਮਤਲਬ ਕਿ ਦੇਸ਼ ਦੇ ਵਿੱਚ ਜਿਹੜਾ ਇਹ ਮਾਡਲ ਲੈ ਕੇ ਆਇਆ ਜਾ ਰਿਹਾ ਦੋ ਪਾਰਟੀਆਂ ਦਾ, ਔਰ ਦੋਨੋਂ ਨੈਸ਼ਨਲਿਸਟ ਪਾਰਟੀਆਂ, ਤੁਸੀਂ ਦੇਖ ਸਕਦੇ ਹੋ ਇੰਨਾ ਭਾਜਪਾ ਹਿੰਦੂ ਜਾਂ ਦੇਸ਼ ਰਾਸ਼ਟਰ ਦਾ ਰੌਲਾ ਮੋਦੀ ਸਾਹਿਬ ਵੀ ਨਹੀਂ ਪਾਉਂਦੇ ਜਿੰਨਾ ਕਦੇ ਵਾਰੀ ਕੇਜਰੀਵਾਲ ਪਾ ਜਾਂਦੇ ਨੇ। ਔਰ ਪੰਜਾਬ ਦੇ ਵਿੱਚ ਯੋਗਾ ਦੀਆਂ ਕਲਾਸਾਂ ਲੱਗਣੀਆਂ, ਤੁਸੀਂ ਸਮਝ ਲਓ ਉਹ ਸਾਰੀ ਉਸੇ ਗੇਮ ਦਾ ਹਿੱਸਾ ਹੈ ਕਿ ਦੋ ਨੈਸ਼ਨਲ ਪਾਰਟੀਆਂ ਖੜੀਆਂ ਕੀਤੀਆਂ ਜਾਣ ਤੇ ਰੀਜਨਲ ਪਾਰਟੀਆਂ ਖਤਮ ਕਰ ਦਿੱਤੀਆਂ ਜਾਣ। ਨਹੀਂ, ਭਗਵੰਤ ਮਾਨ ਯੋਗਦਾਨ ਪਾ ਦੇ ਨੇ ਚੀਜ਼ਾਂ ਦੇ ਵਿੱਚ। ਨੈਸ਼ਨਲ ਪਾਰਟੀਆਂ ਦੀ ਪ੍ਰੋਬਲਮ ਹੀ ਇਹੀ ਹੈ, ਜੇ ਉੱਤੇ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਡਿਸਾਈਡ ਕਰ ਲਿਆ ਕਿ ਅਸੀਂ ਕਾਂਗਰਸ ਤੇ ਅਕਾਲੀ ਦਲ ਠੋਕਣਾ, ਤਾਂ ਭਗਵੰਤ ਮਾਨ ਸਾਹਿਬ ਉਸ ਤੋਂ ਬਾਹਰ ਹੋ ਹੀ ਨਹੀਂ ਸਕਦੇ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਠੋਕਿਆ ਜਾ ਰਿਹਾ ਕਿ ਨਹੀਂ ਠੋਕਿਆ ਜਾ ਰਿਹਾ, ਗਿਣੀ ਮਿਥੀ ਪਲੈਨਿੰਗ ਦੇ ਨਾਲ ਠੋਕਿਆ ਜਾ ਰਿਹਾ ਅਕਾਲੀਆਂ ਨੂੰ। ਅਕਾਲੀ ਨਹੀਂ ਸਮਝ ਪਾ ਰਹੇ, ਲੇਕਿਨ ਇਸ ਵੇਲੇ ਸਾਰਾ ਜ਼ੋਰ ਲੱਗਿਆ ਪਿਆ ਜਿਹੜਾ ਉਹ ਕੇਜਰੀਵਾਲ ਸਾਹਿਬ ਦਾ ਤੇ ਮੋਦੀ ਸਾਹਿਬ ਦਾ ਇਹੀ ਹੈ ਕਿ ਅਕਾਲੀ ਦਲ ਠੋਕ ਦਿਓ। ਇਕੱਲੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਬਚਦੀ ਹੈ ਸਾਡੇ ਕੋਲੇ, ਨਾ ਕਾਂਗਰਸ ਖੇਤਰੀ ਪਾਰਟੀ ਹੈ, ਨਾ ਆਪ ਖੇਤਰੀ ਪਾਰਟੀ ਹੈ, ਨਾ ਇਹ ਨੈਸ਼ਨਲ ਪਾਰਟੀਆਂ ਨੇ ਸਾਰੀਆਂ ਦੀਆਂ ਸਾਰੀਆਂ। ਤਾਂ ਹੁਣ ਇੱਕ ਪੂਰੀ ਵਰਨਾ ਤਾਂ ਸਾਨੂੰ ਦੱਸੋ ਕਿ ਜਦੋਂ ਆਪ ਸਰਕਾਰ ਬਣਦੀ ਹੈ, ਰੌਲਾ ਤਾਂ ਆਰਬਿਟ ਬੱਸਾਂ ਦਾ ਸੀ, ਰੌਲਾ ਤਾਂ ਚਿੱਟੀ ਸੁੰਡੀ ਦਾ ਸੀ, ਰੌਲਾ ਤਾਂ ਮਹਿੰਗੇ ਬਿਜਲੀ ਸਮਝੌਤਿਆਂ ਦਾ ਸੀ, ਰੌਲਾ ਤਾਂ ਇਹ ਪਾਇਆ ਗਿਆ ਸੁੱਖ ਵਿਲਾਸ ਹੋਟਲ ਦਾ ਹਿਸਾਬ ਤਾਂ ਲਵਾਂਗੇ। ਲੇਕਿਨ ਹੁਣ ਜਦੋਂ ਸਰਕਾਰ ਬਣ ਗਈ ਤਾਂ ਹੁਣ ਰੌਲਾ ਕਾਹਦਾ, ਪੀਟੀਸੀ ਦਾ, ਪੀਟੀਸੀ ਚੈਨਲ ਦਾ ਔਰ ਐਸਜੀਪੀਸੀ ਦਾ ਚੈਨਲ ਬੰਦ ਕਰੋ। ਇਹ ਕਿੱਡਾ ਵੱਡਾ ਪੰਜਾਬ ਦਾ ਮਸਲਾ ਹੈ। ਨਹੀਂ, ਪੀਟੀਸੀ ਦੇ ਰਾਹੀਂ ਐਸਜੀਪੀਸੀ ਨੂੰ ਠੋਕਣਾ, ਐਸਜੀਪੀਸੀ ਤੇ ਅਕਾਲ ਤਖਤਦਾਰ ਦਾ ਜਥੇਦਾਰ, ਇਹ ਦੋ ਸੰਸਥਾਵਾਂ ਜਦੋਂ ਤੱਕ ਕਾਇਮ ਹੈ ਨਾ, ਇਹ ਹਮੇਸ਼ਾ ਸਿੱਖਾਂ ਨੂੰ ਇਨਸਪਾਇਰ ਕਰਦੀਆਂ ਰਹਿਣਗੀਆਂ। ਸੰਭਾਵਨਾ ਪਈ ਰਹੂਗੀ ਕਿ ਸਿੱਖ ਫਿਰ ਕਦੇ ਇਕੱਠੇ ਹੋ ਜਾਣ, ਸਮਝਦੇ ਹੋ ਨਾ। ਤਾਂ ਹੁਣ ਐਸਜੀਪੀਸੀ ਨੂੰ ਠੋਕੋ, ਉਹਨੂੰ ਜ਼ੀਰੋ ਕਰ ਦਿਓ, ਬਰਬਾਦ ਕਰ ਦਿਓ, ਅਕਾਲ ਤਖਤ ਦੀ ਬਿਲਕੁਲ ਉਹਦੀ ਮਰਿਆਦਾ ਰਹਿਤ ਕਰ ਦਿਓ। ਅਕਾਲੀ ਵੀ ਇਹ ਅਨਡਾਇਰੈਕਟਲੀ, ਮਤਲਬ ਉਹਨਾਂ ਨੂੰ ਸਮਝ ਨਹੀਂ ਆ, ਉਹ ਵੀ ਇਹਦਾ ਪਾਰਟ ਬਣ ਰਹੇ ਨੇ। ਉਹ ਸਮਝ ਨਹੀਂ ਬਣ ਰਹੇ ਕਿ ਉਹਨਾਂ ਨੂੰ ਇੱਕੋ ਇੱਕ ਸਿੱਖਾਂ ਦੀ ਪਾਰਟੀ ਬਣ ਸਕਦੀ ਹੈ, ਉਹ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ, ਉਹ ਇਸ ਨੂੰ ਸੰਭਾਲ ਨਹੀਂ ਪਾ ਰਹੇ। ਉਹ ਵੀ ਕਿੱਡੀ ਛੋਟੀ ਲੜਾਈ ਚੁਲ ਜਾਏ ਕਿ ਅਸੀਂ ਆਪਣਾ ਚੈਨਲ ਚਲਾਉਣਾ। ਇਹੋ ਜਿਹੀ ਭੁੱਖ ਨੇ ਹੀ ਪਹਿਲਾਂ ਅਕਾਲੀ ਦਲ ਨੂੰ ਬਰਬਾਦ ਕੀਤਾ, ਹੁਣ ਉਸ ਤੋਂ ਫਿਰ ਨਹੀਂ ਨਿਕਲ ਪਾ ਰਹੇ। ਔਰ ਕੇਜਰੀਵਾਲ, ਭਗਵੰਤ ਮਾਨ ਔਰ ਸੈਂਟਰ ਦੀਆਂ ਸਾਰੀਆਂ ਪਾਰਟੀਆਂ ਰਲ ਕੇ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਤਰੀਕੇ ਜਿਹੜੀ ਇਹ ਰੀਜਨਲ ਰਾਜਨੀਤੀ ਹੈ ਇਸ ਨੂੰ ਖਤਮ ਕਰ ਦਿੱਤਾ ਜਾਏ। ਇਹੀ ਕਾਰਨ ਆ ਉੱਥੇ ਮਮਤਾ ਬੈਨਰਜੀ ਦੇ ਮਗਰ ਹੱਥ ਧੋ ਕੇ ਪੈ ਰਹੇ ਔਰ ਸਾਊਥ ਦੇ ਵਿੱਚ ਹੱਥ ਧੋ ਕੇ ਪੈ ਰਹੇ। ਸਾਊਥ ਵਾਲੇ ਮਮਤਾ ਬੈਨਰਜੀ ਦੀਆਂ ਟੀਮਾਂ ਉਹ ਸਟਰੋਂਗ ਨੇ, ਉਹ ਅੜ ਜਾਂਦੀਆਂ ਨੇ, ਉਹ ਅੜੀਆਂ ਹੋਈਆਂ ਨੇ ਇਸ ਵੇਲੇ ਸਾਰੇ ਦੀਆਂ ਸਾਰੀਆਂ ਟੀਮਾਂ। ਔਰ ਹਨੇਰੀ ਉੱਠ ਰਹੀ ਹੈ ਜਿਹੜੀ ਇੰਡੀਆ ਦੀ, ਉਹ ਉੱਥੋਂ ਹੀ ਉੱਠ ਰਹੀ ਹੈ। ਅਸੀਂ ਤਾਂ ਸਿਰਫ ਤਮਾਸ਼ਬੀਨ ਆ ਉਹਦੇ ਵਿੱਚ। ਪਹਿਲੀ ਵਾਰੀ ਹੋਇਆ ਕਿ ਰਾਸ਼ਟਰੀ ਪੱਧਰ ਦੇ ਉੱਪਰ ਕੋਈ ਐਡੀ ਵੱਡੀ ਹਨੇਰੀ ਬਦਲਾਵ ਦੀ ਉੱਠਦੀ ਹੋਵੇ ਤਾਂ ਪੰਜਾਬ ਉਹਦੇ ਵਿੱਚ ਤਮਾਸ਼ਬੀਨ ਹੋਵੇ। ਕਹਿਣ ਨੂੰ ਆਪ ਉਹਦਾ ਹਿੱਸਾ ਹੈ, ਲੇਕਿਨ ਤਮਾਸ਼ਬੀਨੀ ਦੇ ਪੱਧਰ ਦੇ ਉੱਪਰ, ਕਿਉਂਕਿ ਉਹ ਪਾਰਟੀ ਨੂੰ ਕਿਤੇ ਨਾ ਕਿਤੇ ਪਤਾ ਹੈ ਜਦੋਂ ਰੀਜਨਲ ਪਾਰਟੀਆਂ ਇਕੱਠੀਆਂ ਹੋ ਕੇ ਆਉਣਗੀਆਂ ਤਾਂ ਕੋਈ ਰੀਜਨਲ ਪਾਰਟੀ ਇਹ ਇਜਾਜ਼ਤ ਨਹੀਂ ਦੇਊਗੀ ਕਿ ਤੁਸੀਂ ਸਾਡੀ ਸਟੇਟ ਨੂੰ ਠੋਕ ਦਿਓ। ਚਾਹੇ ਕੁਝ ਵੀ ਹੈ, ਕਾਂਗਰਸ ਦੇ ਵਿੱਚ ਇੱਕ ਵਾਧਾ ਰਿਹਾ ਹਮੇਸ਼ਾ, ਉਹ ਬਹੁਤ ਹੌਲੀ ਹੌਲੀ ਉਹ ਨੈਸ਼ਨਲ ਰਾਸ਼ਟਰੀਕਰਨ ਕਰਦੇ ਰਹੇ ਚੀਜ਼ਾਂ ਦਾ, ਲੇਕਿਨ ਕੁੱਲ ਮਿਲਾ ਕੇ ਉਹਨਾਂ ਨੇ ਸਟੇਟਾਂ ਨਾਲ ਬਹੁਤ ਵੱਡਾ ਪੰਗਾ ਨਹੀਂ ਲਿਆ ਜਿੱਡੇ ਵੱਡੇ ਪੱਧਰ ਦੇ ਉੱਪਰ ਇਹ ਲੈ ਰਹੇ ਨੇ। ਤਾਂ ਇਹ ਉੱਥੇ ਆ ਕੇ ਸਾਰੇ ਦੇ ਸਾਰੇ ਤਮਾਸ਼ਬੀਨੀ ਦੇ ਪੱਧਰ ਦੇ ਉੱਪਰ ਸਾਰੇ ਦੇ ਸਾਰੇ ਉਹਦੇ ਨਾਲ ਜੁੜੇ ਹੋਏ ਨੇ। ਤਾਂ ਇੱਕ ਚੀਜ਼ ਮੰਨ ਕੇ ਚੱਲੋ, ਇਨਡਾਇਰੈਕਟਲੀ ਪੂਰੀ ਦੀ ਪੂਰੀ ਆਪ ਜਿਹੜੀ ਹੈ ਓਰੀਜਨਲ ਪਾਰਟੀਆਂ ਨੂੰ ਖਤਮ ਕਰਨ ਦੇ ਰਾਹ ਦੇ ਉੱਪਰ ਹੈ। ਇਹ ਕੋਈ ਵਧੀਆ ਚੀਜ਼ ਆਪ ਦੀ ਪਾਰਟੀ ਦੀ ਨਹੀਂ ਹੈ। ਚਰਚਾ ਹੁੰਦੀ ਹੈ, ਸਟੇਟਮੈਂਟ ਆਉਂਦੀ ਹੈ ਕਿ ਬੀ ਟੀਮ ਹੈ, ਭਾਜਪਾ ਦੀ ਬੀ ਟੀਮ ਆਮ ਆਦਮੀ ਪਾਰਟੀ ਹੈ। ਭਗਵੰਤ ਮਾਨ ਸਾਹਿਬ ਜੋ ਨੇ ਉਹ ਵੀ ਭਾਜਪਾ ਦੀ ਮੰਨਦੇ ਨੇ ਕਿ ਕੇਜਰੀਵਾਲ ਦੀ ਮੰਨਦੇ ਨੇ? ਦੇਖੋ, ਇਹ ਅੰਦਰ ਦੀਆਂ ਗੱਲਾਂ ਨੇ ਵੀ ਇਹ ਤੁਹਾਡੇ ਮੇਰੇ ਵਰਗੇ ਬੰਦੇ ਕੀ ਅੰਦਾਜ਼ਾ ਲਗਾ ਸਕਦੇ ਨੇ। ਆਪਾਂ ਤਾਂ ਆਬਜ਼ਰਵੇਟ ਕਰ ਸਕਦੇ ਹਾਂ ਨਾ, ਸਾਡੀ ਤਾਂ ਆਬਜ਼ਰਵੇਸ਼ਨ ਹੈ। ਮੈਨੂੰ ਇਦਾਂ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਭਾਜਪਾ ਸ਼ਾਂਤ ਬੈਠੀ ਹੈ ਤੇ ਭਾਜਪਾ ਦੇ ਸਾਰੇ ਕੰਮ ਹੋ ਰਹੇ ਨੇ, ਭਾਜਪਾ ਨੂੰ ਕੋਈ ਘਬਰਾਹਟ ਨਹੀਂ ਹੈ,
ਤਾਂ ਮੈਂ ਮੰਨ ਕੇ ਚੱਲਦਾ ਕਿ ਆਪ ਤੇ ਭਾਜਪਾ ਮਿਲ ਕੇ ਚੱਲ ਰਹੇ ਨੇ। ਅਸੀਂ ਬਾਹਰ ਬੈਠ ਕੇ ਆਬਜ਼ਰਵ ਕਰ ਸਕਦੇ ਹਾਂ, ਅਸੀਂ ਅੰਦਾਜ਼ੇ ਲਗਾ ਸਕਦੇ ਹਾਂ। ਤੁਸੀਂ ਕੀ ਕਰਦੇ ਹੋ ਅੰਦਾਜ਼ਾ? ਮੇਰਾ ਅੰਦਾਜ਼ਾ ਇਹ ਲੱਗਦਾ ਕਿ ਜਿਵੇਂ ਪੰਜਾਬ ਦੇ ਵਿੱਚ ਆਪ ਵਾਲੇ ਸਮੂਥ ਚੱਲ ਰਹੇ ਆ ਔਰ ਭਾਜਪਾ ਉਹਨਾਂ ਨੂੰ ਤੰਗ ਨਹੀਂ ਕਰ ਰਹੀ, ਵਰਨਾ ਭਾਜਪਾ ਤਾਂ ਕਿਸੇ ਸਟੇਟ ਨੂੰ ਟਿਕਣ ਨਹੀਂ ਦਿੰਦੀ। ਤੇ ਜੇ ਆਪ ਦਾ ਸਾਰਾ ਕੁਝ ਠੀਕ ਚੱਲ ਰਿਹਾ ਔਰ ਭਾਜਪਾ ਦੇ ਕੰਮ ਨਹੀਂ ਰੁਕ ਰਹੇ, ਰੈਦਰ ਭਾਜਪਾ ਪੂਰੀ ਤਾਕਤ ਦੇ ਵਿੱਚ ਨਜ਼ਰ ਆ ਰਹੀ ਹੈਗੀ, ਉਹਨਾਂ ਨੂੰ ਕੋਈ ਘਬਰਾਹਟ ਨਹੀਂ ਹੈ, ਉਹ ਅਕਾਲੀਆਂ ਨੂੰ ਅੱਖਾਂ ਦਿਖਾ ਰਹੇ ਨੇ ਕਿ ਜਾਓ ਤੁਹਾਡੇ ਨਾਲ ਅਸੀਂ ਉਹੀ ਨਹੀਂ ਕਰਨਾ, ਸਮਝੌਤਾ ਹੀ ਨਹੀਂ ਕਰਨਾ, ਗੱਠਜੋੜ ਹੀ ਨਹੀਂ ਕਰਨਾ, ਤਾਂ ਅਸੀਂ ਸਮਝ ਲਈਏ ਕਿ ਭਾਜਪਾ ਬਹੁਤ ਸੇਫ ਮਹਿਸੂਸ ਕਰ ਰਹੀ ਹੈ ਪੰਜਾਬ ਦੇ ਵਿੱਚ ਔਰ ਮਿਲ ਕੇ ਚੱਲ ਰਹੇ ਨੇ ਇਹ ਆਪ। ਤੇ ਮੈਨੂੰ ਲੱਗਦਾ ਭਾਜਪਾ ਪੰਜਾਬ ਦੇ ਵਿੱਚ ਬਹੁਤ ਵਧੀਆ ਕੋਆਰਡੀਨਲ ਰਿਲੇਸ਼ਨ ਦੇ ਵਿੱਚ ਨੇ। ਜੋ ਭਗਵੰਤ ਮਾਨ ਨੇ ਇੱਕ ਛਵੀ ਦਿਖਾਈ ਸੀ, ਮੈਂ ਆਮ ਘਰ ਦਾ ਮੁੰਡਾ, ਫੋਟੋਆਂ ਲੱਗ ਜਾਂਦੀਆਂ ਨੇ ਥੈਲਿਆਂ ਤੇ, ਬੱਸਾਂ ਤੇ, ਐਂਬੂਲੈਂਸ ਤੇ, ਭਗਵੰਤ ਮਾਨ ਦੀ ਸਟੇਟਮੈਂਟ ਪਈ ਹੈ, ਵੀਡੀਓ ਪਈ ਹੈ। ਅੱਜ ਉਹੀ ਕੰਮ ਭਗਵੰਤ ਮਾਨ ਖੁਦ ਕਰ ਰਹੇ ਨੇ ਕਿ ਉਹ ਲੋਕਾਂ ਦੇ ਉਸ ਹਰਮਨ ਪਿਆਰੇ ਨੇਤਾ ਤੋਂ ਉਹਨਾਂ ਨੇ ਟੈਗ ਬਦਲਵਾ ਲਿਆ ਆਪਣੇ ਆਪ ਵਿੱਚ। ਮੈਨੂੰ ਇਹ ਲੱਗਦਾ ਕਿ ਮੋਦੀ ਜੀ ਤੋਂ ਬਾਅਦ ਨਾ ਸਾਰੇ ਦੇਸ਼ ਦੇ ਲੀਡਰਾਂ ਨੇ ਇੱਕ ਚੀਜ਼ ਸਿੱਖ ਲਈ ਕਿ ਮੀਡੀਆ ਆਪਣੇ ਕਬਜ਼ੇ 'ਚ ਕਰ ਲਓ, ਮੀਡੀਆ ਖਰੀਦ ਲਓ, ਡਰਾ ਲਓ ਤੇ ਮੁੜ ਕੇ ਆਪਣੀ ਇਮੇਜ ਨੂੰ ਵੱਡੇ ਕਰਦੇ ਚੱਲੋ। ਸਾਰੀ ਸਟੇਟਾਂ ਦੇ ਮੁੱਖ ਮੰਤਰੀ ਕਰ ਰਹੇ ਨੇ। ਭਗਵੰਤ ਮਾਨ ਤੋਂ ਮੈਨੂੰ ਇਹੋ ਜਿਹੀ ਉਮੀਦ ਨਹੀਂ ਸੀ, ਮੈਨੂੰ ਨਹੀਂ ਪਤਾ ਉਹਦੇ ਸਲਾਹਕਾਰ ਕੌਣ ਨੇ। ਮੈਂ 5-7 ਦਿਨ ਬਾਅਦ ਇੱਕ ਦਿਨ ਬਹੁਤ ਗਰਮੀ ਦੇ ਵਿੱਚ ਫੇਸਬੁੱਕ ਤੇ ਲਿਖ ਵੀ ਦਿੱਤਾ ਸੀ ਵੀ ਇਹ ਮੁੱਖ ਮੰਤਰੀ ਫੇਸਬੁੱਕ ਤੋਂ ਮਤਲਬ ਕਿ ਪੰਜਾਬ ਚਲਾਊਗਾ। ਅਨਫੋਰਚੂਨੇਟ ਹੈ ਕਿ ਆਏ ਦਿਨ ਮਤਲਬ ਕਿ ਫੇਸਬੁੱਕ ਤੋਂ ਮੁੱਖ ਮੰਤਰੀ ਦੀ, ਮਾਨ ਸਾਹਿਬ ਦੀ ਫੇਸਬੁੱਕ ਤੋਂ ਇਹੋ ਜਿਹੀਆਂ ਹਲਕੀਆਂ ਪੋਸਟਾਂ ਪੈਂਦੀਆਂ ਨੇ ਜਿਹੜੀਆਂ ਕਿਸੇ ਵੀ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਪੱਧਰ ਦੀਆਂ ਨਹੀਂ ਹੈ। ਇਹ ਮੁੱਖ ਮੰਤਰੀ ਬਹੁਤ ਗੰਭੀਰ ਹੁੰਦਾ। ਇਹ ਭੁਲੇਖਾ ਹੈ ਸਾਡਾ ਕਿ ਮੀਡੀਆ ਕਿਸੇ ਬੰਦੇ ਦੀ ਬਹੁਤ ਵੱਡੀ ਇਮੇਜ ਬਣਾ ਸਕਦਾ। ਜੇ ਇਦਾਂ ਦੀ ਗੱਲ ਹੁੰਦੀ ਤਾਂ ਅਕਾਲੀਆਂ ਕੋਲੇ ਆਪਦੇ ਚੈਨਲ ਸੀ ਔਰ ਮੋਦੀ ਸਾਹਿਬ ਨੂੰ ਘਬਰਾਹਟ ਨਾ ਹੁੰਦੀ। ਮੋਦੀ ਤੋਂ ਵੱਧ ਦੇਸ਼ ਵਿੱਚ ਮੀਡੀਆ ਕਿਹਨੇ ਥੱਲੇ ਲਾਇਆ? ਲੇਕਿਨ ਆਪਾਂ ਭੁੱਲ ਜਾਈਏ ਕਿ ਮੋਦੀ ਸਾਹਿਬ ਮਤਲਬ ਕਿ ਮੀਡੀਆ ਦੀ ਤਾਕਤ ਨਾਲ ਚੱਲ ਰਿਹਾ। ਉਹਨਾਂ ਦੀਆਂ ਜਿਹੜੀਆਂ ਉਹ ਹਿੰਦੂ ਰਾਸ਼ਟਰ ਦੀਆਂ ਪਾਲਿਸੀਆਂ ਨੇ ਉਹ ਉਹਨਾਂ ਨੂੰ ਲੈ ਕੇ ਜਾਂਦੀਆਂ ਨੇ ਅਗਾਂਹ। ਤਾਂ ਮਾਨ ਸਾਹਿਬ ਨੂੰ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਮੀਡੀਆ ਪੰਜਾਬ ਦਾ ਨਾ ਬਿਲਕੁਲ ਜਿੰਨ ਵਰਗਾ, ਬੇਕਾਬੂ ਮੀਡੀਆ ਇਹ ਅੱਜ ਕਿੱਧਰ ਨੂੰ ਚੱਲਿਆ ਹੋਇਆ, ਕੱਲ ਇਹ ਦੋ ਧਾਰੀ ਤਲਵਾਰ ਵਰਗਾ ਔਰ ਇਹਦਾ ਕੋਈ ਪਤਾ ਨਹੀਂ ਇਹ ਕਿੱਧਰ ਨੂੰ ਵਗ ਜੇ। ਅੱਜ ਠੀਕ ਹੈ ਪੈਸੇ ਦਿਖ ਰਹੇ ਹੋਣਗੇ, ਕੁਝ ਵੱਡੇ ਹਾਊਸ ਨੇ ਜਿਹੜੇ ਵਿਕ ਚੁੱਕੇ ਨੇ, ਅਸੀਂ ਮੰਨਦੇ ਹਾਂ ਸਰਕਾਰ ਕੋਲੇ, ਸਰਕਾਰ ਦੇ ਨਾਲ ਮਿਲ ਕੇ ਚੱਲ ਰਹੇ ਨੇ ਕੋਈ ਔਰ ਮਤਲਬ ਕਿ ਇੰਨਾ ਕਿ ਲੈਵਲ ਦੇਖਤਾ ਉਹਨਾਂ ਨੇ ਸੋਸ਼ਲ ਮੀਡੀਆ ਦਾ, ਪੋਸਟਾਂ ਪਾ ਰਹੀਆਂ ਨੇ, ਕਮੈਂਟ ਕਰਕੇ ਦੱਸੋ ਇਹ ਕੀ ਹੈ, ਮਤਲਬ ਕਿ ਇਹ ਮੀਡੀਆ ਦਾ ਪੱਧਰ ਲਿਆ ਕੇ ਉਹਨਾਂ ਨੇ ਸੁੱਟਤਾ। ਲੇਕਿਨ ਕੋਈ ਪਤਾ ਨਹੀਂ ਇਹ ਮੀਡੀਆ ਕਦੋਂ ਬੇਕਾਬੂ ਹੋ ਜੇ ਵੱਧ ਦੂਜੇ ਪਾਸੇ ਮੁੱਲ ਮਿਲਣ ਲੱਗਿਆ, ਇਹ ਨੁਕਸਾਨਦਾਇਕ ਹੋ ਸਕਦਾ। ਔਰ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਇੱਕ ਫਰਜ਼ੀ ਵੀਡੀਓ ਕ੍ਰੀਏਟ ਕੀਤੀ ਗਈ ਹੈਗੀ ਹੜ੍ਹਾਂ ਵਾਲੀ, ਇਹ ਚੀਜ਼ਾਂ ਨੁਕਸਾਨ ਦੇਣਗੀਆਂ। ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਔਰ ਜਿਹੜੀ ਉਹਨਾਂ ਦੀ ਟੀਮ ਹੈ, ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹ ਨੁਕਸਾਨ ਕਰ ਰਹੇ ਨੇ ਭਗਵੰਤ ਮਾਨ ਦਾ। ਭਗਵੰਤ ਮਾਨ ਖੁਦ ਮੀਡੀਆ ਨਾਲ ਜੁੜੇ ਰਹੇ ਨੇ, ਉਹਨਾਂ ਨੂੰ ਪਤਾ ਮੀਡੀਆ ਕਿਵੇਂ ਇਸਤੇਮਾਲ ਕੀਤਾ ਜਾਂਦਾ। ਉਸਨੇ ਸਾਰੀ ਉਮਰ ਮਾਨ ਸਾਹਿਬ ਨੇ ਮਿੱਠੀਆਂ ਮਿਰਚਾਂ ਤੇ ਮਤਲਬ ਕਿ ਗਰਮ ਕੌਫੀਆਂ ਵੇਚੀਆਂ ਨੇ ਤੇ ਉਹਨਾਂ ਨੂੰ ਪਤਾ ਜਦੋਂ ਮੀਡੀਆ ਫਿਰ ਬੇਕਾਬੂ ਹੁੰਦਾ ਉਹ ਸਭ ਕੁਝ ਵੇਚ ਜਾਂਦਾ। ਅੱਛਾ, ਨਸ਼ੇ ਨੂੰ ਲੈ ਕੇ ਚਰਚਾ ਜੇ ਆਪਾਂ ਕਰੀਏ, ਲਗਭਗ 80 ਤੋਂ 90 ਇਹੋ ਜਿਹੇ ਪਿਛਲੇ ਸਾਲ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ, ਨੌਜਵਾਨਾਂ ਦੀ ਮੌਤ ਹੋ ਗਈ ਹੈ ਨਸ਼ਿਆਂ ਦੇ ਕਾਰਨ। ਕਿ ਨਸ਼ਿਆਂ ਦੇ ਉੱਤੇ ਠੱਲ ਪਾ ਲਈ ਹੈ ਭਗਵੰਤ ਮਾਨ ਸਾਹਿਬ ਨੇ? ਕਿਉਂਕਿ ਇਹ ਸਵਾਲ ਤਾਂ ਹੁੰਦਾ ਹੈ, ਕੈਪਟਨ ਸਾਹਿਬ ਨਸ਼ਿਆਂ ਦੇ ਕਰਕੇ ਆਏ, ਅਕਾਲੀ ਦਲ ਨਸ਼ਿਆਂ ਦੇ ਕਰਕੇ ਚਲੇ ਗਏ, ਫਿਰ ਉਸ ਤੋਂ ਬਾਅਦ ਨਾਰਾ ਦਿੱਤਾ ਗਿਆ ਅਸੀਂ 3 ਮਹੀਨੇ ਵਿੱਚ ਨਸ਼ਾ ਖਤਮ ਕਰ ਦਾਂਗੇ, ਕੇਜਰੀਵਾਲ ਸਾਹਿਬ ਨੇ ਕਿਹਾ ਸੀ। ਫਿਰ ਭਗਵੰਤ ਮਾਨ ਕਹਿੰਦੇ ਨੇ ਵੀ ਸਾਨੂੰ ਸਾਲ ਸਮਾਂ ਹੋਰ ਦਿਓ। ਕਿਉਂ ਸਮਾਂ ਦਿੱਤਾ ਜਾਵੇ ਸਾਲ? ਮੈਨੂੰ ਨਸ਼ਿਆਂ ਦੇ ਮੁੱਦੇ ਦੇ ਉੱਪਰ ਮਾਨ ਸਾਹਿਬ ਦੀ ਮਤਲਬ ਕਿ ਬੇਵਸੀ ਕਦੇ ਵੀ ਸਮਝ ਨਹੀਂ ਆਈ, ਕਿਉਂਕਿ ਜਦੋਂ ਅਸੀਂ ਪਹਿਲਾਂ ਡਿਸਕਸ਼ਨ ਕਰਦੇ ਸੀ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਉਹਨਾਂ ਨੂੰ ਪਤਾ ਹੈ ਕਿ ਨਸ਼ੇ ਕਿਵੇਂ ਖਤਮ ਹੋਣਗੇ। ਤੇ ਤੁਸੀਂ ਡਿਸਕਸ ਕਰਦੇ ਸੀ, ਕੀ ਕਹਿੰਦੇ ਸੀ ਮਾਨ ਸਾਹਿਬ ਚੋਣਾਂ ਤੋਂ ਪਹਿਲਾਂ? ਮੈਨੂੰ ਲੱਗਦਾ ਸੀ ਉਹਨਾਂ ਦਾ ਵਿਜ਼ਨ ਬਿਲਕੁਲ ਕਲੀਅਰ ਹੈ। ਠੀਕ ਹੈ, ਉਹਨਾਂ ਨੂੰ ਪਤਾ ਹੈ ਕਿ ਕਿਹੜੇ ਉਹਨਾਂ ਨੂੰ ਡਾਟਾ ਸੀ ਉਹਨਾਂ ਕੋਲੇ ਬਕਾਇਦਾ ਕਿ ਕਿੱਥੇ ਕੀ ਹੋ ਰਿਹਾ ਔਰ ਕਿਵੇਂ, ਬਲਕਿ ਹੀ ਵਾਸ ਵੈਰੀ ਵਾਈਸ। ਮੈਂ ਕਹਿ ਸਕਦਾ ਕਿ ਮਾਨ ਸਾਹਿਬ ਦਾ ਜਿਹੜਾ ਐਨਾਲਿਸਿਸ ਸੀਗਾ ਵੋਟਾਂ ਤੋਂ ਪਹਿਲਾਂ ਦਾ ਨਸ਼ਿਆਂ ਦੇ ਬਾਰੇ, ਉਹ ਬਹੁਤ ਐਕੂਰੇਟ ਸੀ ਔਰ ਬਹੁਤ ਕਮਾਲ ਦਾ ਸੀ। ਮੈਨੂੰ ਨਹੀਂ ਪਤਾ ਕਿ ਹੁਣ ਕੀ ਹੋਇਆ ਹੈ ਕਿ 2.5 ਸਾਲ 2 ਸਾਲ ਬੀਤ ਚੁੱਕੇ ਨੇ, ਪੰਜਾਬ ਦੇ ਵਿੱਚ ਨਸ਼ੇ ਇੰਨੀ ਖਤਰਨਾਕ ਪੋਜੀਸ਼ਨ 'ਚ ਪਹੁੰਚ ਗਏ ਉਲਟਾ ਕਿ ਭਾਸਕਰ ਨੂੰ ਬਕਾਇਦਾ ਬੇਟਾ ਬਚਾਓ ਮੁਹਿੰਮ ਚਲਾਉਣੀ ਪੈ ਗਈ। ਇਹੋ ਜਿਹੀ ਮੁਹਿੰਮ ਅਸੀਂ ਵੀ ਚਲਾਈ ਸੀ, ਜੇ ਤੁਹਾਨੂੰ ਯਾਦ ਹੋਵੇ, ਮਰੋ ਜਾਂ ਵਿਰੋਧ ਕਰੋ। ਮੈਂ ਸੀ, ਬਲਤੇਜ ਪੰਨੂ ਸੀ, ਹਾਕਮ ਸਿੰਘ ਸੀ ਔਰ ਮਿੰਟੂ ਗੁਰਸਰੀਆ ਵੀਰ ਸੀ ਸਾਡਾ। ਅਸੀਂ ਚਾਰਾਂ ਨੇ ਸ਼ੁਰੂ ਕੀਤੀ ਸੀ ਮੂਵਮੈਂਟ ਔਰ ਪੰਜਾਬ ਸਾਰਾ ਉੱਠ ਕੇ ਸੜਕਾਂ ਤੇ ਆ ਗਿਆ ਸੀ। ਕੈਪਟਨ ਸਾਹਿਬ ਨੂੰ ਮਤਲਬ ਕਿ ਹੱਥਾਂ ਪੈਰਾਂ ਦੀ ਇੱਕ ਵਾਰੀ ਪੈ ਗਈ ਸੀ। ਸਾਡੇ 'ਤੇ ਇਲਜ਼ਾਮ ਵੀ ਲੱਗਿਆ ਕਿ ਅਸੀਂ ਚਾਹ ਦਾ ਕੱਪ ਪੀ ਕੇ ਉਹ ਮੂਵਮੈਂਟ ਖਤਮ ਕਰਤੀ, ਜਦੋਂ ਕਿ ਉਹ ਚਿੱਟੇ ਦੇ ਖਿਲਾਫ ਕਾਲਾ ਹਫ਼ਤਾ ਸੀ ਇੱਕ ਹਫ਼ਤੇ ਦੀ ਮੂਵਮੈਂਟ, ਤੇ ਅਸੀਂ ਤਾਂ ਖਤਮ ਕੀਤੀ। ਤਾਂ ਹੁਣ ਕੀ ਪੋਜੀਸ਼ਨ ਹੈਗੀ ਕਿ ਪੰਨੂ ਸਾਹਿਬ ਅੰਦਰ ਨੇ, ਹਾਕਮ ਵੀਰ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਜੁੜ ਚੁੱਕਿਆ। ਹੁਣ ਉਹ ਬਿਹਤਰ ਦੱਸ ਸਕਦੇ ਨੇ ਕਿ ਸਾਡੀਆਂ ਉਹ ਸਾਰੀਆਂ ਪਾਲਿਸੀਆਂ, ਕਿਉਂਕਿ ਜਦੋਂ ਅਸੀਂ ਉਹ ਮੂਵਮੈਂਟ ਸ਼ੁਰੂ ਕੀਤੀ ਉਸ ਵੇਲੇ ਸਾਨੂੰ ਕਾਂਗਰਸ ਨੇ ਵੀ ਸਪੋਰਟ ਕੀਤਾ, ਆਪ ਨੇ ਵੀ ਸਪੋਰਟ ਕੀਤਾ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਸਾਨੂੰ ਪੂਰਾ ਸਪੋਰਟ ਕੀਤਾ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ
ਕਿ ਅੱਜ ਜਦੋਂ ਮਤਲਬ ਕਿ ਬਹੁਤ ਜ਼ਿਆਦਾ ਨਸ਼ੇ ਰੈਦਰ ਉਲਟਾ ਵਧਣੇ ਸ਼ੁਰੂ ਹੋ ਚੁੱਕੇ ਨੇ, ਥਾਂ ਥਾਂ ਤੋਂ ਗਰਾਊਂਡ ਦੇ ਉੱਪਰੋਂ ਰਿਐਲਿਟੀ ਆ ਰਹੀ ਹੈ ਕਿ ਇਹੀ ਪੋਜੀਸ਼ਨ ਬਣ ਚੁੱਕੀ ਹੈ। ਮੈਂ ਹੈਰਾਨ ਹਾਂ ਕਿ ਮਾਨ ਸਾਹਿਬ ਕਿਉਂ ਮਤਲਬ ਕਿ ਸਖਤੀ ਨਹੀਂ ਕਰ ਪਾ ਰਹੇ, ਜਿਵੇਂ ਉਹ ਕਹਿੰਦੇ ਸੀ ਕਿ ਇਦਾਂ ਹੋ ਸਕਦਾ ਹੈ। ਕੋਈ ਕੀ ਉਹਨਾਂ ਦੀ ਇਹੋ ਜਿਹੀ ਮਜਬੂਰੀ ਹੈ? ਮੇਬੀ ਸਿਸਟਮ ਇੰਨਾ ਤਾਕਤਵਰ ਹੈ, ਜਾਂ ਇਦਾਂ ਕਹਿ ਲਈਏ ਕਿ ਇਹਦੇ ਵਿੱਚ ਪੂਰੀ ਦੀ ਪੂਰੀ ਮਸ਼ੀਨਰੀ ਇਨਵੋਲਵ ਹੈ, ਔਰ ਸਮਝ ਸਕਦੇ ਹਾਂ ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਹੈ। ਤੁਹਾਡੇ ਦੋਸਤ ਅੰਦਰ ਹੈਗੇ ਨੇ, ਤੁਸੀਂ ਜੋ ਨਾਮ ਗਿਣਾਏ ਨੇ, ਕਦੀ ਪੁੱਛਿਆ ਤੁਸੀਂ ਵੀ ਆਪਾਂ ਚੋਣਾਂ ਤੋਂ ਪਹਿਲਾਂ ਇਹ ਗੱਲਾਂ ਕਰਦੇ ਸੀ, ਹੁਣ ਤੁਸੀਂ ਕਰ ਲਓ ਖਤਮ? ਨਹੀਂ, ਮੈਂ ਬਹੁਤ ਜ਼ਿਆਦਾ ਇਨ ਟੱਚ ਨਹੀਂ ਹਾਂ ਉਹਨਾਂ ਨਾਲ। ਮੈਂ ਸੱਚੀ ਗੱਲ ਇਹ ਹੈ ਕਿ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ। ਮੈਂ ਕੋਈ ਮਤਲਬ ਕਿ ਤੁਸੀਂ ਜਾਣਦੇ ਹੋ ਮੇਰਾ ਤਾਂ ਲਿਖਣ ਪੜ੍ਹਨ ਦਾ ਕੰਮ ਹੈ ਜ਼ਿਆਦਾਤਰ। ਮੈਂ ਉਸ ਵੇਲੇ ਜੁੜਿਆ ਸੀ ਕਿਉਂਕਿ ਪੰਜਾਬ ਕੁਛ ਮੈਨੂੰ ਅਕਾਲੀਆਂ ਨਾਲ ਨਿੱਜੀ ਗਰਜ ਸੀ, ਉਹਨਾਂ ਨਾਲ ਖੁੰਦਕ ਸੀਗੀ। ਦੂਜੀ ਮੈਂ ਮੰਨ ਕੇ ਚੱਲਦਾ ਕਿ ਪੰਜਾਬ ਮੇਰਾ ਹਮੇਸ਼ਾ ਹੀ ਕੰਸਰਨ ਰਿਹਾ, ਔਰ ਮੈਂ 12 ਤੋਂ ਮੈਂ ਆਪ ਦਾ ਉਦੋਂ ਦਾ ਸਮਰਥਕ ਹਾਂ ਜਦੋਂ ਮੈਨੂੰ ਲੱਗਦਾ ਕਿ ਹਜੇ ਪੰਜਾਬ ਦੇ ਵਿੱਚ ਆਪ ਦਾ ਯੂਨਿਟ ਬਣਿਆ ਵੀ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਦੇਸ਼ ਵਿੱਚ ਚੇਂਜ ਆ ਰਹੀ ਹੈ, ਪੰਜਾਬ ਵਿੱਚ ਵੀ ਚੇਂਜ ਆਊਗੀ। ਉਹ ਚੇਂਜ ਮੈਨੂੰ ਇਦਾਂ ਲੱਗਦਾ ਉਲਟਾ ਨੈਗੇਟਿਵ ਚੇਂਜ ਹੈ। ਮਤਲਬ ਕਿ ਇਸ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨਕਲਾਬ ਨਹੀਂ, ਇਹ ਤਾਂ ਪ੍ਰਤੀ ਇਨਕਲਾਬ ਹੋ ਗਿਆ। ਉਲਟਾ ਚੀਜ਼ਾਂ ਗਲਤ ਹੋ ਗਈਆਂ, ਪੰਜਾਬ ਦੇ ਲਈ ਹੋਰ ਵੀ ਖਤਰਨਾਕ ਮਾਹੌਲ ਬਣ ਗਿਆ। ਪਰ ਕੀ ਹੈਗਾ ਕਿ ਮੈਂ ਇਹਨਾਂ ਨਾਲ ਇਨ ਟੱਚ ਨਹੀਂ ਹੈ। ਇਸ ਕਰਕੇ ਇਨ ਟੱਚ ਨਹੀਂ ਹੈ, ਮੈਨੂੰ ਇਹ ਲੱਗਦਾ ਕਿ ਰਾਜ ਚਲਾਉਣਾ ਕਿਸੇ ਹੋਰ ਦਾ ਕੰਮ ਹੈ। ਮੇਰੇ ਵਰਗੇ ਲੋਕ ਹਮੇਸ਼ਾ ਮਤਲਬ ਕਿ ਆਲੋਚਨਾ ਕਰਨ ਲਈ ਠੀਕ ਰਹਿੰਦੇ ਆ। ਜੇ ਮੈਂ ਵੀ ਸਰਕਾਰ ਅੰਦਰ ਜਾਊਂਗਾ, ਤੁਹਾਨੂੰ ਪਤਾ ਫਿਰ ਮੈਂ ਵੀ ਸਰਕਾਰ ਨੂੰ। ਤੁਸੀਂ ਗਏ ਕਿਉਂ ਨਹੀਂ? ਤੁਹਾਡੇ ਸਾਥੀ ਚਲੇ ਗਏ ਤਾਂ? ਮੈਂ ਜੌਬ ਕਰਦਾ, ਮੇਰੀ ਐਡੀ ਸ਼ਾਨਦਾਰ ਜੌਬ ਹੈ ਵੀ ਜੇ ਮੈਂ ਲਿਖਣ ਪੜ੍ਹਨ ਦੇ ਕੰਮ ਕਰਦਾ ਐਜ਼ ਨਾਟਕਕਾਰ, ਮੇਰਾ ਐਡਾ ਵਧੀਆ ਨਾਮ ਹੈ, ਤਾਂ ਮੇਰੀ ਕੋਈ ਇਹੋ ਜਿਹੀ ਭੁੱਖ ਵੀ ਨਹੀਂ ਬਚੀ, ਮੇਰਾ ਕੋਈ ਇਹੋ ਜਿਹਾ ਸ਼ੌਕ ਵੀ ਨਹੀਂ ਬਚਿਆ। ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਲਈ ਬੋਲਦੇ ਰਹਿਣਾ ਉਹ ਮੈਨੂੰ ਜ਼ਿਆਦਾ ਠੀਕ ਲੱਗਦਾ। ਤੁਸੀਂ ਸੋਸ਼ਲ ਮੀਡੀਆ ਤੇ ਲਿਖਦੇ ਹੋ, ਜਦੋਂ ਮਾਨ ਸਾਹਿਬ ਦੇ ਖਿਲਾਫ ਫੋਨ ਆਉਂਦਾ ਤੁਹਾਡੇ ਸਾਥੀਆਂ ਦਾ ਕਿ ਕਿਉਂ ਲਿਖਿਆ, ਨਾ ਲਿਖੋ, ਬੜੀਆਂ ਚੀਜ਼ਾਂ ਸੈੱਟ ਹੋਣ ਵਾਲੀਆਂ ਨੇ, ਸੈੱਟ ਕਰਨ ਵਾਲੀਆਂ ਨੇ, ਸਮਾਂ ਦਿਓ? ਬਹੁਤ ਘੱਟ। ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਜਦੋਂ ਵੀ ਬੋਲਿਆ, ਮੈਨੂੰ ਨਹੀਂ ਪਤਾ ਕਿ ਕੀ ਗੱਲ ਹੈ ਕਿ ਮੈਂ ਕਦੇ ਭਾਜਪਾ ਦੇ ਖਿਲਾਫ ਵੀ ਬੋਲਿਆ, ਮੈਂ ਅਕਾਲੀਆਂ ਦੇ ਖਿਲਾਫ ਵੀ ਬੋਲਦਾ, ਔਰ ਮੈਂ ਹਰ ਇੱਕ ਤਰੀਕੇ ਦੇ ਲੋਕਾਂ ਦੇ ਜਿਹੜੇ ਪੰਜਾਬ ਦੇ ਐਂਟੀ ਹੁੰਦੇ ਮੈਂ ਉਹਨਾਂ ਦੇ ਖਿਲਾਫ ਬੋਲਦਾ। ਮੇਰੀ ਖੁਸ਼ਕਿਸਮਤੀ ਹੈ ਕਿ ਉਹਦੇ ਮੁਕਾਬਲੇ ਮੈਨੂੰ ਬਹੁਤ ਘੱਟ ਫੋਨ ਆਉਂਦੇ ਨੇ, ਬਹੁਤ ਘੱਟ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਸਭ ਤੋਂ ਘੱਟ ਗਾਲਾਂ ਮੈਨੂੰ ਪਈਆਂ ਹੋਣਗੀਆਂ, ਪੈਂਦੀਆਂ ਨੇ, ਬਹੁਤ ਜ਼ਿਆਦਾ ਪੈਂਦੀਆਂ ਨੇ ਹੋਰਾਂ ਦੇ ਹਿਸਾਬ ਨਾਲ। ਪਰ ਮੈਨੂੰ ਕਿਸੇ ਸਰਕਾਰ ਨੇ, ਕਿਸੇ ਪੋਲੀਟੀਕਲ ਪਾਰਟੀ ਨੇ ਤੰਗ ਨਹੀਂ ਕੀਤਾ ਅਜੇ ਤੱਕ। ਬਹੁਤ ਵੱਡੇ ਪੱਧਰ 'ਤੇ ਨਹੀਂ, ਗਿਲੇ ਸ਼ਿਕਵਿਆਂ ਦੇ ਫੋਨ ਆ ਜਾਂਦੇ ਨੇ। ਮੈਨੂੰ ਲੱਗਦਾ ਮੇਰੀ ਪ੍ਰਾਪਤੀ ਹੈ। ਸ਼ਾਇਦ ਉਹਨਾਂ ਨੂੰ ਪਤਾ ਹੈ ਕਿ ਮੇਰਾ ਕੋਈ ਨਿੱਜੀ ਮੰਤਵ ਨਹੀਂ ਹੈ, ਮੈਂ ਕਿਸੇ ਤੋਂ ਕੁਝ ਲੈਣਾ ਨਹੀਂ, ਮੈਂ ਤਾਂ ਪੰਜਾਬ ਨੂੰ ਦੇਣਾ ਹੀ ਦੇਣਾ ਜੋ ਕੁਝ। ਤਾਂ ਮੇਰੀ ਪੰਜਾਬ ਪ੍ਰਤੀ ਭਾਵਨਾ ਹੈ। ਜੇ ਮੈਨੂੰ ਕੋਈ ਗਾਲਾਂ ਕੱਢੂਗਾ, ਮੈਨੂੰ ਕੋਈ ਲਾਂਭਾ ਵੀ ਦੇਊਗਾ, ਮੈਂ ਹਟਾਊਂਗਾ ਨਹੀਂ। ਇੱਕ ਦੋ ਵਾਰੀ ਮੈਨੂੰ ਕਿਹਾ ਗਿਆ ਕਿ ਮੈਂ ਪੋਸਟ ਹਟਾਵਾਂ, ਸਾਡਾ ਨੁਕਸਾਨ ਹੋ ਰਿਹਾ, ਪਰ ਮੈਂ ਨਹੀਂ ਹਟਾਈ। ਮੈਂ ਕਦੇ ਨਹੀਂ ਹਟਾਉਂਦਾ। ਮੈਂ ਪੋਲੀਟੀਕਲ ਕਾਰਨਾਂ ਕਰਕੇ ਇੱਕ ਵਾਰੀ ਜੋ ਲਿਖਤਾ, ਮੈਂ ਗਲਤੀ ਮਾਫੀ ਮੰਗ ਲੂੰਗਾ ਬਾਅਦ ਦੇ ਵਿੱਚ। ਪਰ ਮੈਨੂੰ ਲੱਗਦਾ ਜੋ ਕੁਝ ਮੈਂ ਕਹਿੰਦਾ, ਮੈਂ ਸੋਚ ਸਮਝ ਕੇ ਕਹਿੰਦਾ, ਮੈਂ ਪੰਜਾਬ ਦੀ ਗੱਲ ਕਰਦਾ, ਮੇਰਾ ਕੋਈ ਨਿੱਜੀ ਮੰਤਵ ਨਹੀਂ ਹੈ। ਮੈਂ ਕਿਸੇ ਪਾਰਟੀ ਤੋਂ ਨਾ ਇੱਥੇ ਕਦੇ ਕੁਝ ਲਿਆ ਤੇ ਨਾ ਹੀ ਲੈਣਾ। ਅੱਛਾ, ਆਖਰੀ ਸਵਾਲ ਹੈ, ਜੋ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਨੇ ਹੁਣ ਕੱਢ ਕੇ ਦੇਖਾਂਗੇ, ਭਗਵੰਤ ਮਾਨ ਦੇ ਖਿਲਾਫ ਹੀ ਜਾਂਦੀਆਂ ਨੇ ਉਹ ਸਾਰੀਆਂ ਵੀਡੀਓ ਜੋ ਨੇ। ਅੱਗੇ ਚੋਣਾਂ ਨੇ 24 ਦੇ ਵਿੱਚ, ਜੇ ਭਗਵੰਤ ਮਾਨ ਨੇ ਫਿਰ ਉਹੀ ਵਾਅਦੇ ਕੀਤੇ ਕਿ ਲੋਕ ਐਕਸੈਪਟ ਕਰ ਲੈਣਗੇ? ਨਹੀਂ, ਮੈਨੂੰ ਪਤਾ ਉਹ ਭਗਵੰਤ ਮਾਨ ਦੇ ਲਈ ਉਹ ਬਹੁਤ ਵੱਡਾ ਸਿਆਪਾ ਬਣਨ ਜਾ ਰਹੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਦੀ ਟੀਮ ਇਸ ਬਾਰੇ ਅਵੇਅਰ ਹੈ। ਜਾਂ ਤਾਂ ਇਹ ਹੋ ਸਕਦਾ ਕਿ ਭਗਵੰਤ ਮਾਨ ਨੂੰ ਹੀ ਠੋਕੇ ਜਾਣ ਦੀ ਪੂਰੀ ਪਲੈਨਿੰਗ ਚੱਲ ਰਹੀ ਹੋਵੇ। ਵੀ ਮੈਨੂੰ ਸਭ ਤੋਂ ਵੱਡੀ ਘਬਰਾਹਟ ਇਸ ਗੱਲ ਦੀ ਹੁੰਦੀ ਹੈ ਕਿਤੇ ਸਾਰਾ ਕੁਝ ਪਲੈਨਡ ਨਾ ਹੋਵੇ। ਭਗਵੰਤ ਮਾਨ ਜੋ ਕਰ ਰਿਹਾ ਉਸ ਨੂੰ ਪਤਾ ਹੀ ਨਾ ਹੋਵੇ ਕਿ ਮੈਂ ਕੀ ਕਰ ਰਿਹਾ, ਉਸ ਨੂੰ ਮਤਲਬ ਕਿ ਇੱਦਾਂ ਹੀ ਕਰਾਇਆ ਜਾ ਰਿਹਾ ਹੋਵੇ। ਕਦੇ ਮੈਂ ਸੋਚ ਨਹੀਂ ਸਕਦਾ ਸੀ ਕਿ ਪੰਜਾਬ 100 ਕਰੋੜ ਰੁਪਈਆ ਮਹੀਨੇ ਦਾ ਇੱਕ ਮੁੱਖ ਮੰਤਰੀ ਦੀ ਐਡਵਰਟਾਈਜ਼ਮੈਂਟ ਦੇ ਉੱਪਰ ਖਰਚ ਕਰੂਗਾ, ਜਿਵੇਂ ਕਿ ਉਹ ਮਾਣਿਕ ਗੋਇਲ ਨਾਮ ਦੇ ਇੱਕ ਐਕਟਿਵਿਸਟ ਨੇ ਲੱਭ ਕੇ ਲੈ ਕੇ ਆਂਦਾ ਕਿ ਇੰਨਾ ਪੈਸਾ ਖਰਚ ਹੋ ਰਿਹਾ। ਮੈਂ ਸੋਚ ਹੀ ਨਹੀਂ ਸੀ ਸਕਦਾ ਕਿ ਕੋਈ ਮੁੱਖ ਮੰਤਰੀ ਇੰਨਾ ਪੈਸਾ ਪੰਜਾਬ ਦਾ ਖਰਚ ਕਰੂਗਾ ਉਦੋਂ ਜਦੋਂ ਪੰਜਾਬ ਦਿਵਾਲੀਆ ਹੈ। ਆਲਰੇਡੀ ਮਤਲਬ ਕਿ ਅਸੀਂ 3.5 ਲੱਖ ਕਰੋੜ ਦੇ ਕਰਜ਼ੇ ਦੇ ਵਿੱਚ ਅਸੀਂ ਆ ਚੁੱਕੇ ਹਾਂ, 1000 ਕਰੋੜ ਦੇ ਕਰਜ਼ੇ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਹੁਣ ਤੱਕ ਜਿਵੇਂ ਇਹ ਸਰਕਾਰ ਚੱਲ ਰਹੀ ਹੈ, 50 ਤੋਂ ਲੈ ਕੇ 70,000 ਕਰੋੜ ਰੁਪਈਆ ਹੋਰ ਚੜ੍ਹ ਚੁੱਕਿਆ ਹੋਊਗਾ, ਜਿੰਨੀ ਕਿ ਮੈਨੂੰ ਸਮਝ ਹੈਗੀ। ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ ਕਦੇ ਐਂ ਹੋਊਗਾ। ਔਰ ਇਹ ਸਾਰਾ ਮਸਾਲਾ ਤਿਆਰ ਹੋ ਰਿਹਾ ਆਪੋਜੀਸ਼ਨ ਕੋਲੇ। ਇਹ ਬਿਲਕੁਲ ਆਪ ਦੇ ਮੀਡੀਆ ਜਿਹੜੇ ਜੁੜੇ ਹੋਏ ਲੋਕ ਨੇ, ਉਹ ਅੱਜ ਜੋ ਕਰ ਰਹੇ ਨੇ, ਇੱਦਾਂ ਵੀਡੀਓ ਬਣਾ ਕੇ ਪਾ ਰਹੇ ਨੇ ਫੇਕ, ਤੇ ਉਹ ਫੋਟੋਆਂ ਖਿੱਚ ਰਹੇ ਨੇ, ਫੋਟੋ ਸੈਸ਼ਨ ਹੋ ਰਿਹਾ। ਇਹ ਚੀਜ਼ ਘੱਟੋ ਘੱਟ ਭਗਵੰਤ ਮਾਨ ਦੇ ਹਿੱਤ ਵਿੱਚ ਨਹੀਂ ਜਾਂਦੀ। ਮਾਨ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ। ਉਹਨਾਂ ਕੋਲੋਂ ਮੈਨੂੰ ਸ਼ੱਕ ਇਹ ਹੈ ਕਿ ਉਹਨਾਂ ਕੋਲੋਂ ਕਰਵਾਇਆ ਜਾ ਰਿਹਾ। ਨਹੀਂ, ਕੌਣ ਲਿਖ ਰਿਹਾ ਭਗਵੰਤ ਮਾਨ ਦੀਆਂ ਪੋਸਟਾਂ ਜਾ ਕੇ ਸੋਸ਼ਲ ਮੀਡੀਆ ਤੇ? ਮੈਂ ਆਪ ਕੌਣ ਫੈਸਲੇ ਲੈ, ਕੌਣ ਰਿਹਾ ਫੈਸਲੇ ਵਾਲੇ? ਮੈਨੂੰ ਨਹੀਂ ਪਤਾ ਕੌਣ ਲਿਖ ਰਿਹਾ। ਜਿਹੜੀ ਇਹ 2-3 ਦਿਨ ਪਹਿਲਾਂ ਸੁਖਬੀਰ ਬਾਦਲ ਨੂੰ ਲੈ ਕੇ ਜਿਵੇਂ ਮਜ਼ਾਕ ਉਡਾਇਆ ਗਿਆ, ਉਹ ਪੋਸਟ ਐਡੀ ਹਲਕੀ ਪੋਸਟ ਸੀਗੀ ਕਿ ਮੈਂ ਕਹਿੰਦਾ ਕੋਈ ਮਤਲਬ ਕਿ ਬੰਦ ਪ੍ਰੋਫਾਈਲ ਵਾਲਾ, ਨਕਲੀ ਪ੍ਰੋਫਾਈਲ ਵਾਲਾ ਵੀ ਇਹੋ ਜਿਹੀ ਪੋਸਟ ਪਾਉਣ ਤੋਂ ਪਹਿਲਾਂ 20 ਵਾਰੀ ਸੋਚੇ। ਔਰ ਉਹ ਮੁੱਖ ਮੰਤਰੀ ਦੇ ਪੇਜ ਤੋਂ ਉਹ ਪੋਸਟ ਆਈ, ਇਟ ਵਾਜ਼ ਰੀਅਲੀ ਸ਼ਾਕਿੰਗ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ ਲਿਖਿਆ ਉਹਦੇ ਬਾਰੇ ਉਹਦੇ ਵਿੱਚ ਕਿ ਇਹ ਤਾਂ ਮਤਲਬ ਕਿ ਤੁਸੀਂ ਪੂਰਾ ਦਾ ਪੂਰਾ ਇੱਕ ਕਮਿਊਨਿਟੀ ਦਾ ਮਜ਼ਾਕ ਉਡਾ ਰਹੇ ਹੋ। ਤੇ ਉਹ ਮੈਨੂੰ ਸਮਝ ਨਹੀਂ ਲੱਗਦੀ ਕਿ ਭਗਵੰਤ ਮਾਨ ਦੀ ਟੀਮ 'ਚ ਕੌਣ ਨੇ, ਭਗਵੰਤ ਮਾਨ ਦੇ ਸਲਾਹਕਾਰ ਕੌਣ ਨੇ ਜਿਹੜੇ ਉਹਦੇ ਕੋਲੋਂ ਕਰਵਾ ਰਹੇ ਨੇ।
ਇੱਕ ਛੋਟੀ ਜਿਹੀ ਉਦਾਹਰਨ ਹੈ ਕਿ ਮੈਨੂੰ ਥੋੜ੍ਹੇ ਦਿਨ ਪਹਿਲਾਂ ਕਿਸੇ ਨੇ ਇੱਕ ਵੀਡੀਓ ਭੇਜੀ, ਕਿਤੋਂ ਕਾਫਲਾ ਲੰਘ ਰਿਹਾ ਮਾਨ ਸਾਹਿਬ ਦਾ, ਤੇ ਉਹਦੇ ਵਿੱਚ 50 ਗੱਡੀਆਂ ਕਿ 48 ਗੱਡੀਆਂ ਨੇ, ਉਹਨੇ ਪੂਰੀਆਂ ਗਿਣ ਕੇ ਇੱਕ ਇੱਕ ਦੋ ਨੰਬਰ ਲਾ ਕੇ ਭੇਜਿਆ ਕਿ ਕਾਫਲੇ ਨਾਲ ਗੱਡੀਆਂ ਜਾ ਰਹੀਆਂ ਨੇ। ਔਰ ਜਿੱਦ ਤੱਕ ਮੈਨੂੰ ਯਾਦ ਹੈ, ਮਾਨ ਸਾਹਿਬ ਬਾਦਲ ਸਾਹਿਬ ਦਾ ਇਸੇ ਕਰਕੇ ਮਜ਼ਾਕ ਉਡਾਉਂਦੇ ਸੀ ਕਿ ਉਹਨਾਂ ਦਾ 35 ਗੱਡੀਆਂ ਦਾ ਕਾਫਲਾ ਚੱਲਦਾ, VIP ਕਲਚਰ ਹੈ। ਹੁਣ ਉਹ VIP ਕਲਚਰ ਸਾਰਾ ਚੱਲ ਰਿਹਾ। ਔਰ ਕਿੰਨੇ ਮੁੱਖ ਮੰਤਰੀ, ਕਿੰਨੇ ਮੰਤਰੀਆਂ ਦਾ ਮਜ਼ਾਕ ਉਡਾਇਆ ਕਰਦੇ ਸੀ, ਆ ਕਦੇ ਬੋਲਿਆ, ਆ ਤਾਂ ਕਦੇ ਬੋਲਦਾ ਹੀ ਨਹੀਂ। ਹੁਣ ਉਹਨਾਂ ਕੋਲੇ ਪੂਰੇ 91 ਮਿਨਿਸਟਰ ਹੈ, MLA, ਜਿਹੜੇ ਪਤਾ ਹੀ ਨਹੀਂ ਹੈ ਵੀ ਕਿ ਨਹੀਂ। ਸੁਖਪਾਲ ਖਹਿਰਾ ਤੇ ਉਹਨਾਂ ਨੇ ਕਿਹਾ ਕਿ ਰੰਗ ਕਾਲਾ ਹੋ ਜਾਏਗਾ ਇਹਨਾਂ ਦਾ। ਸੁਖਪਾਲ ਖਹਿਰਾ ਨੇ ਵੀ ਵੀਡੀਓ ਬਣਾਈ ਆ। ਸੁਖਪਾਲ ਖਹਿਰਾ ਦੇ ਮੁੱਦਿਆਂ ਨੂੰ ਮੁੱਦਾ ਮੰਨਦੇ ਹੀ ਨਹੀਂ ਉਹ ਭਗਵੰਤ ਮਾਨ। ਨਹੀਂ, ਇਹ ਗਲਤੀ ਹੈ। ਮਤਲਬ ਕਿ ਇੱਕ ਇਹਨਾਂ ਬਹੁਤ ਸਰਕਾਰਾਂ ਨੂੰ, ਸਾਰੀਆਂ ਨੂੰ ਇਹ ਗਲਤੀ ਹੈ ਕਿ ਇੱਕ ਛੋਟਾ ਜਿਹਾ ਵੀ ਪੋਸਟ ਪੈਂਦੀ ਹੈ ਨਾ, ਉਹ ਸਹੀ ਤਰੀਕੇ ਨਾਲ ਪੈ ਜਾਂਦੀ ਹੈ ਫੇਸਬੁੱਕ ਦੇ ਉੱਪਰ, ਉਹ ਥੱਲੋਂ ਤੱਕ ਮਾਰ ਕਰਦੀ ਹੈ। ਇਹ ਸਾਇੰਸ ਦਾ ਇੱਕ ਰੂਲ ਹੈ ਕਿ ਤੁਸੀਂ ਹਵਾ 'ਚ ਇੱਕ ਉਂਗਲ ਵੀ ਚੱਕਦੇ ਹੋ, ਇਸ ਉਂਗਲ ਚੱਕੀ ਹੋਈ ਉਂਗਲ ਦੇ ਨਾਲ ਪੂਰਾ ਯੂਨੀਵਰਸ ਡਿਸਟਰਬ ਹੋ ਜਾਂਦਾ ਹੈ, ਉਹਦੇ ਸਾਰੇ ਵਾਤਾਵਰਨ ਨੂੰ ਫਰਕ ਪੈਂਦਾ ਹੈ। ਤੇ ਇੱਕ ਕਹੀ ਹੋਈ ਗੱਲ, ਸੁਖਪਾਲ ਖਹਿਰਾ ਦਾ ਤਾਂ ਖੈਰ ਬਹੁਤ ਵੱਡਾ ਨਾਮ ਹੈ, ਲੋਕ ਟਰਸਟ ਕਰਦੇ ਆ ਉਹਦੀਆਂ ਗੱਲਾਂ ਦੇ ਉੱਪਰ। ਮੈਂ ਕਹਿੰਦਾ ਕਿ ਇੱਕ ਸਧਾਰਨ ਬੰਦਾ ਵੀ ਸਹੀ ਤਰੀਕੇ ਨਾਲ ਜਦੋਂ ਇੱਕ ਗੱਲ ਕਹਿ ਦਿੰਦਾ ਹੈ, ਉਹ ਪੂਰੇ ਦਾ ਪੂਰਾ ਪੰਜਾਬ ਦਾ ਮਾਹੌਲ ਵਿਗਾੜ ਦਿੰਦੀ ਹੈ। ਮਾਨ ਸਾਹਿਬ ਨੂੰ ਸਮਝ ਜਾਣਾ ਚਾਹੀਦਾ ਕਿ ਜਿਹੜੀਆਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ, ਉਹ ਮਜ਼ਾਕ 'ਚ ਨਹੀਂ ਉੱਡਣੀਆਂ। ਜਦੋਂ ਉਹ ਪੰਜਾਬ ਦੀ ਖੂਬਸੂਰਤੀ ਕੀ ਹੈ, ਪੰਜਾਬ ਬਾਗੀਆਂ ਦਾ ਸਾਥ ਦਿੰਦਾ। ਕੱਲ੍ਹ ਤੱਕ ਮਾਨ ਸਾਹਿਬ ਦੀਆਂ ਗਰਮ ਕੁਲਫੀਆਂ ਤੇ ਕੌੜੀਆਂ ਮਿੱਠੀਆਂ ਮਿਰਚਾਂ ਇਸ ਕਰਕੇ ਵਿਕਦੀਆਂ ਰਹੀਆਂ ਕਿਉਂਕਿ ਉਹ ਬਾਗੀ ਸੀ। ਹੁਣ ਉਹ ਰਾਜਾ ਨੇ, ਤੇ ਪੰਜਾਬ ਰਾਜਿਆਂ ਦੇ ਹਮੇਸ਼ਾ ਖਿਲਾਫ ਰਿਹਾ। ਪੰਜਾਬ ਦੀ ਤਾਕਤ ਹੀ ਇਹੀ ਹੈ ਕਿ ਇਹਨੇ ਜਦੋਂ ਵੀ ਹੱਥ ਪਾਇਆ, ਰਾਜਿਆਂ ਦੇ ਜੂੰਡਿਆਂ ਨੂੰ ਪਾਇਆ। ਆਮ ਬੰਦੇ ਨੂੰ ਪੰਜਾਬ ਕੁਝ ਨਹੀਂ ਕਹਿੰਦਾ। ਤੇ ਉਹ ਸਮਝ ਲੈਣ ਕਿ ਉਹ ਇਸ ਵੇਲੇ ਜੋ ਕੁਝ ਕਰ ਰਹੇ ਨੇ ਨਾ, ਉਹ ਇੱਕ ਤਰੀਕੇ ਨਾਲ ਪੰਜਾਬ ਦੇ ਸੈਂਟੀਮੈਂਟਸ ਨਾਲ ਪੰਗਾ ਲੈ ਰਹੇ ਨੇ। ਮੈਨੂੰ ਰਾਜਨੀਤੀ ਦੀ ਸਮਝ ਨਾ ਹੋਵੇ, ਪਰ ਮੈਨੂੰ ਪੰਜਾਬ ਦੇ ਇਤਿਹਾਸ ਦੀ ਇਹਨਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਸਮਝ ਹੈ। ਔਰ ਮੈਂ ਜਾਣਦਾ ਕਿ ਜਿੱਦਣ ਕੋਈ ਬੰਦਾ ਰਾਜਾ ਬਣ ਜਾਂਦਾ, ਉਹ ਉਸੇ ਵੇਲੇ ਹੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਰੜਕਣ ਲੱਗ ਪੈਂਦਾ। ਉਹੀ ਪੰਜਾਬ ਦੇ ਲੋਕ ਉਹੀ ਖੁੰਦਕ ਖਾ ਜਾਂਦੇ, ਚੜ੍ਹਾਈ ਵਾਲਾ ਬੰਦਾ ਕੋਈ ਨਹੀਂ, ਇਹਨੂੰ ਦੇਖਾਂਗੇ ਵੱਡਾ ਬਣਿਆ ਫਿਰਦਾ। ਇਹ ਪੰਜਾਬ ਦਾ ਸੁਭਾਅ ਹੈ, ਇਹਨੂੰ ਬਦਲ ਨਹੀਂ ਸਕਦਾ ਕੋਈ। ਤਾਂ ਇਸ ਵੇਲੇ ਉਹ ਜੋ ਕੁਝ ਕਰ ਰਹੇ ਨੇ, ਉਹ ਸਾਰਾ ਰਿਕਾਰਡ ਹੋ ਰਿਹਾ। ਇੱਕ ਇੱਕ ਚੀਜ਼ ਜਿਹੜੀ ਹੈਗੀ ਉਹ ਸੰਭਾਲੀ ਜਾ ਰਹੀ ਹੈ। ਜਿਵੇਂ ਹੀ 24 ਦੇ ਵਿੱਚ ਬਿਗਲ ਵੱਜੂਗਾ, ਉਹਨਾਂ ਨੂੰ ਪਤਾ ਲੱਗ ਜੂ ਕਿ ਭਗਵੰਤ ਮਾਨ ਨੂੰ ਸਹੀ ਫੀਡਬੈਕ ਜਾ ਰਹੀ ਹੈ ਕਿ ਪੰਜਾਬ 'ਚ ਹੋ ਕੀ ਰਿਹਾ। ਇਹ ਚੀਜ਼ਾਂ ਕਿਵੇਂ ਸੰਭਾਲਣਗੇ 24 ਦੇ ਵਿੱਚ ਜਾ ਕੇ ਭਗਵੰਤ ਮਾਨ, ਜੇ ਇੰਨਾ ਕੁਝ ਭਗਵੰਤ ਮਾਨ ਦੇ ਖਿਲਾਫ ਹੋ ਚੁੱਕਿਆ? ਆ ਦੇਖੋ, ਉਹਦੇ ਵਿੱਚ ਕੀ ਹੈ, ਮੈਨੂੰ ਇਦਾਂ ਲੱਗਦਾ ਕਿ ਮਾਨ ਸਾਹਿਬ ਦੀ ਟੀਮ ਦੀ ਕੈਲਕੂਲੇਸ਼ਨ ਇਹ ਹੋਊਗੀ, ਜਾਂ ਕੇਜਰੀਵਾਲ ਸਾਹਿਬ ਦੀ ਕੈਲਕੂਲੇਸ਼ਨ ਇਹ ਹੋਊਗੀ ਕਿ ਇਸ ਵੇਲੇ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ। ਮੈਂ ਜਾਣਦਾ, ਪੰਜਾਬ ਦਾ ਇਤਿਹਾਸ ਪੜ੍ਹਿਆ, ਅਕਾਲੀ ਦਲ ਦੇ ਉੱਪਰ ਇਹੋ ਜਿਹੇ ਬਹੁਤ ਅਰਸੇ ਆਏ, ਇਹੋ ਜਿਹੀਆਂ ਕਈ ਪਾਰਟੀਆਂ ਜਿਹੜੀਆਂ ਲੱਗੀਆਂ ਸੀ, ਜ਼ੀਰੋ ਹੋ ਜਾਣਗੀਆਂ। ਤੁਸੀਂ ਕੋਈ ਬੰਦਾ ਭਗਵੰਤ ਮਾਨ ਬਾਰੇ ਅੱਜ ਤੋਂ 5 ਸਾਲ ਪਹਿਲਾਂ ਸੋਚ ਸਕਦਾ ਸੀ ਕਿ ਕਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ? ਮੈਂ ਸੋਚਦਾ ਸੀ, ਮੈਂ ਕਹਿੰਦਾ ਸੀ ਕਿ ਬੰਦਾ ਬਣੂਗਾ, ਮੈਨੂੰ ਅਹਿਸਾਸ ਸੀਗਾ ਬੰਦਾ ਬਣੂਗਾ, ਕਿਉਂਕਿ ਮੈਂ ਉਹਦੇ ਵਿੱਚੋਂ ਇੱਕ ਬਾਗੀਆਨਾ ਤਬੀਅਤ ਦੇਖਦਾ ਸੀ। ਔਰ ਮੈਂ ਜਾਣਦਾ ਸੀ ਪੰਜਾਬ ਬਾਗੀਆਂ ਨੂੰ ਇੱਕ ਚਾਂਸ ਜ਼ਰੂਰ ਦਿੰਦਾ। ਤਾਂ ਹੁਣ ਅਕਾਲੀ ਦਲ ਦੇ ਬਾਰੇ ਇਹ ਮਜ਼ਾਕ ਕੀਤੇ ਜਾ ਰਹੇ ਨੇ ਕਿ ਉਹ ਕਦੇ ਵਾਪਸ ਨਹੀਂ ਆਣਗੇ। ਮੈਂ ਚੈਲੰਜ ਕਰਦਾ ਕਿ ਉਹ ਆ ਜਾਣਗੇ, ਔਰ ਉਹਨਾਂ ਦਾ ਆਣਾ ਕੋਈ ਔਖਾ ਨਹੀਂ ਹੈ। ਉਹ ਆਪ ਹੀ ਬੇਵਕੂਫੀਆਂ ਕਰਨੋਂ ਨਹੀਂ ਹਟਦੇ, ਉਹ ਆਪ ਹੀ ਪੁੱਠੇ ਸਿੱਧੇ ਬਿਆਨ ਦੇਣੋਂ ਨਹੀਂ ਹਟਦੇ। ਉਹ ਆ ਜਾਣਗੇ ਵਾਪਸ, ਉਹਨਾਂ ਦਾ ਰਾਹ ਔਖਾ ਨਹੀਂ। ਪਰ ਜੇ ਲੀਡਰਸ਼ਿਪ ਚੇਂਜ ਕਰਨੀ ਪੈਣੀ ਹੈ। ਨਹੀਂ, ਮੈਂ ਇਸ ਗੱਲ ਨੂੰ, ਹਾਲਾਂਕਿ ਬਾਦਲ ਪਰਿਵਾਰ ਨੇ ਜਿੰਨਾ ਮੇਰਾ ਨੁਕਸਾਨ ਕੀਤਾ ਜ਼ਿੰਦਗੀ 'ਚ ਕੋਈ ਨਹੀਂ ਕਰ ਸਕਦਾ, ਪਰ ਮੈਂ ਜਾਣਦਾ ਇਹ ਵੀ ਨਰੇਟਿਵ ਬਹੁਤ ਖਿਲਾਫ ਹੈ ਅਕਾਲੀ ਦਲ ਦੇ। ਇਕੱਲਾ ਬਾਦਲ ਪਰਿਵਾਰ ਹੈ ਜਿਹਦੇ ਕਰਕੇ ਅਕਾਲੀ ਦਲ ਇਕੱਠਾ ਹੈ। ਤੁਸੀਂ ਇਹਨਾਂ ਨੂੰ ਗੁੱਠੇ ਲਾ ਦਿਓ, ਵਿਰੋਧੀਆਂ ਨੂੰ ਪਤਾ ਅਗਲੇ ਦਿਨ ਖੱਖੜੀਆਂ ਕਰੇਲੇ ਹੋ ਜਾਊਗਾ ਸਾਰਾ ਅਕਾਲੀ ਦਲ। ਇਸ ਵੇਲੇ ਇਹ ਨਰੇਟਿਵ ਵੀ ਨਹੀਂ ਚੱਲ ਸਕਦਾ, ਭਾਵੇਂ ਬਾਦਲ ਜਿੰਨੇ ਮਰਜ਼ੀ ਮਾੜੇ ਹੋਣ। ਅਕਾਲੀ ਦਲ ਦੇ ਲਈ ਉਹ ਇਸ ਵੇਲੇ ਬੈਕਬੋਨ ਹੈ। ਇੱਕ ਤੰਦ ਤਾਂ ਹੈ ਨਾ, ਘੱਟੋ ਘੱਟ ਸਾਡਾ ਦੇਸ਼ ਵੀਰ ਪੂਜਾ ਮਗਰ ਚੱਲਦਾ। ਸਾਨੂੰ ਹਮੇਸ਼ਾ ਇੱਕ ਬੰਦਾ ਚਾਹੀਦਾ ਅੱਗੇ ਲੱਗਣ ਲਈ, ਉਹ ਬੰਦਾ ਜਿਹੋ ਜਿਹਾ ਮਰਜ਼ੀ ਹੋਵੇ। ਅਸੀਂ ਪੰਜਾਬ ਦੇ ਵਿੱਚ ਆਪ ਦੀ ਪਲਟੀ ਵੱਜਦੀ ਵੀ ਤਾਂ ਉਦੋਂ ਦੇਖੀ ਨਾ, ਜਦੋਂ ਭਗਵੰਤ ਮਾਨ ਨੂੰ ਅੱਗੇ ਕੀਤਾ ਗਿਆ, ਉਦੋਂ ਹੀ ਪਲਟੀ ਵੱਜ ਗਈ ਪੰਜਾਬ ਦੇ ਵਿੱਚ, ਕਿਉਂਕਿ ਭਗਵੰਤ ਮਾਨ ਦੇ ਰੂਪ 'ਚ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਬੰਦਾ ਨਜ਼ਰ ਆ ਗਿਆ। ਤਾਂ ਜੇ ਹੁਣ ਤੁਸੀਂ ਕਹੋ ਤੇ ਅਕਾਲੀ ਦਲ ਦੇ ਵਿੱਚ ਸਵਾਏ ਬਾਦਲ ਤੋਂ ਦਿਖਦਾ ਕੌਣ ਹੈ? ਤੁਸੀਂ ਇੱਕ ਵੀ ਬੰਦਾ ਗਿਣਾਓ ਜਿਹਨੇ ਆਪਣੀ ਇਮੇਜ ਬਣਾਈ ਹੋਵੇ, ਜਾਂ ਬਾਦਲਾਂ ਨੇ ਕਿਸੇ ਨੇ ਬਣਾਉਣ ਜੋਗਾ ਛੱਡਿਆ ਹੋਵੇ। ਕੋਈ ਵੀ ਬੰਦਾ ਨਹੀਂ ਹੈ। ਤੁਸੀਂ ਇਹ ਨਰੇਟਿਵ ਬਹੁਤ ਖਤਰਨਾਕ ਹੈ ਕਿ ਬਾਦਲ ਪਰਿਵਾਰ ਨੂੰ ਵਿੱਚੋਂ ਕੱਢ ਦਿਓ। ਜਿੱਦਣ ਬਾਦਲ ਪਰਿਵਾਰ ਵਿੱਚੋਂ ਨਿਕਲ ਗਿਆ, ਇਹ ਖੱਖੜੀਆਂ ਕਰੇਲੇ ਹੋ ਜਾਊਗਾ। ਇਹ ਨਰੇਟਿਵ ਚਲਾਉਣ ਵਾਲੇ ਵੀ ਇਹਨਾਂ ਦੇ ਦੁਸ਼ਮਣ ਨੇ, ਅਕਾਲੀਆਂ ਦੇ, ਔਰ ਉਹ ਇਹਨਾਂ ਗੱਲਾਂ ਨੂੰ ਸਮਝਦੇ ਹੀ ਨਹੀਂ ਹੈਗੇ। ਮੈਂ ਸਮਝ ਸਕਦਾ ਵੀ ਕੋਈ ਇਸ ਵੇਲੇ ਮਤਲਬ ਕਿ ਭੰਬਲ ਭੂਸੇ 'ਚ ਪਿਆ ਹੋਇਆ ਗਵਾਚੀ ਗਾਂ ਜਿਸ ਨੂੰ ਕਿਹਾ ਜਾਂਦਾ, ਉਹ ਅਕਾਲੀ ਹੋ ਚੁੱਕਿਆ। ਉਹਨਾਂ 'ਚ ਕੰਫੀਡੈਂਸ ਹੀ ਨਹੀਂ ਬਚਿਆ ਵਿਚਾਰਿਆਂ ਦੇ ਵਿੱਚ। ਮਤਲਬ ਕਿ ਹੁਣ ਤਾਂ ਉਹਨਾਂ ਤੇ ਤਰਸਾਨ ਲੱਗ ਪਿਆ, ਪਰ ਇਹਨਾਂ ਦਾ ਕੋਈ ਭਲਾ ਨਹੀਂ ਕਰ ਸਕਦਾ। ਉਹ ਆਪ ਦਾ ਭਲਾ ਆਪ ਕਰਨ ਦੀ ਪੋਜੀਸ਼ਨ 'ਚ ਨਹੀਂ ਹੈਗੇ। ਸੋ ਪੰਜਾਬ ਦੇ ਵਿੱਚ ਤੁਸੀਂ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ, ਵਿਜੇ 24 ਦੇ ਵਿੱਚ ਮੈਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਹਾਂ, ਤੁਸੀਂ 24 ਦੇ ਵਿੱਚ ਬਹੁਤ ਕੁਝ ਬਦਲਦਾ ਦੇਖੋਗੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਪਾਲੀ ਭੁਪਿੰਦਰ, ਜਿਨ੍ਹਾਂ ਨੇ ਕਾਫੀ ਚਰਚਾ ਕੀਤੀ ਹੈ, ਗੱਲਾਂ ਕੀਤੀਆਂ ਨੇ, ਕਿਉਂਕਿ ਭਗਵੰਤ ਮਾਨ ਦੇ ਨਾਲ ਇਹ ਰਹਿ ਚੁੱਕੇ ਨੇ।
ਹੁਣ ਦੇ ਹਾਲਾਤ ਇਹੋ ਜਿਹੇ ਨੇ ਕਿ ਸੱਤਾ ਵਿੱਚ ਚਲੇ ਗਏ, ਮੁੱਖ ਮੰਤਰੀ ਬਣ ਗਏ ਭਗਵੰਤ ਮਾਨ, ਇਹਨਾਂ ਦੀ ਆਪਣੀ ਨੌਕਰੀ ਹੈ, ਗਵਰਨਮੈਂਟ ਜੋਬ ਕਰਦੇ ਨੇ, ਤਾਂ ਦੇਖਾਂਗੇ ਜੋ ਇਹਨਾਂ ਨੇ ਸਵਾਲ ਚੱਕੇ ਨੇ ਇਹ ਸਵਾਲ ਦਾ ਕੋਈ ਜਵਾਬ ਦੇ ਪਾਏਗਾ ਆਮ ਆਦਮੀ ਪਾਰਟੀ ਵੱਲੋਂ। ਜੋ ਚੀਜ਼ਾਂ ਚੋਣਾਂ ਤੋਂ ਪਹਿਲਾਂ ਹੋਈਆਂ ਸਨ, ਵਾਅਦੇ ਹੋਏ ਸਨ, ਕਿ ਉਹ ਵਾਅਦਿਆਂ ਦੇ ਉੱਤੇ ਖਰਾ ਉਤਰ ਪਾਏਗੀ। ਸਿਆਸਤ ਹੈ, ਸਿਆਸਤ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ, ਨਾ ਹੀ ਸਿਆਸਤ ਉਂਗਲਾਂ ਤੇ ਗਿਣ ਕੇ ਦੱਸੀ ਜਾ ਸਕਦੀ ਹੈ, ਪਰ ਲੋਕ ਇਹ ਤੈਅ ਕਰਨਗੇ 24 ਦੇ ਵਿੱਚ ਵੀ ਉਹ ਕਿਹੜੇ ਪਾਸੇ ਜਾ ਕੇ ਭੁਗਤਣਗੇ। ਕੀ ਅਕਾਲੀ ਦਲ ਵਾਪਸ ਆਊਗਾ, ਕੀ ਅਕਾਲੀ ਦਲ ਸੋਚੂਗਾ, ਕੀ ਅਕਾਲੀ ਦਲ ਆਪਣੀ ਕੀਤੀਆਂ ਗਲਤੀਆਂ ਦੇ ਮੁੜ ਵਿਚਾਰ ਕਰੂਗਾ, ਇਹ ਸਮਾਂ ਦੱਸੂਗਾ।